TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਦਿਲ ਸੱਚਮੁੱਚ ਗਦਗਦ ਹੋਇਆ ਹੈ। ਉਹਦਾ ਕਾਰਨ ਇਹ ਹੈ ਕਿ ਪੰਜਾਬ ਦੀ ਫੇਰੀ ਦੇ ਦੌਰਾਨ ਕੁਝ ਕੁ ਇਸ ਤਰ੍ਹਾਂ ਦੇ ਸੱਜਣ, ਇਸ ਤਰ੍ਹਾਂ ਦੇ ਸ਼ਖਸੀਅਤਾਂ ਤੇ ਇਸ ਤਰ੍ਹਾਂ ਦੇ ਸਥਾਨ ਸਨ ਜਿਹੜੇ ਮੈਂ ਸੋਚੇ ਹੋਏ ਸੀ ਕਿ ਜੇਕਰ ਉਹਨਾਂ ਨੂੰ ਮਿਲ ਨਾ ਸਕਿਆ, ਉੱਥੇ ਜਾ ਨਾ ਸਕਿਆ, ਤਾਂ ਇਹ ਮੇਰੀ ਫੇਰੀ ਅਧੂਰੀ ਰਹੇਗੀ। ਸੱਚਮੁੱਚ ਅੱਜ ਸਕੂਨ ਵੀ ਹੈ ਤੇ ਦਿਲ ਬਾਗੋ ਬਾਗ ਵੀ ਹੈ ਕਿ ਜਿਨ੍ਹਾਂ ਨੂੰ ਤੁਸੀਂ ਸ਼ਿੱਦਤ ਦੇ ਨਾਲ ਸੁਣਨਾ ਚਾਹੁੰਦੇ ਹੋ ਤੇ ਜਿਨ੍ਹਾਂ ਤੋਂ ਹਰ ਵਾਰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ, ਅੱਜ ਉਹਨਾਂ ਦੇ ਗ੍ਰਹਿ ਦੇ ਵਿੱਚ ਪਹੁੰਚਣ ਦਾ ਮੌਕਾ ਮਿਲਿਆ ਹੈ। ਚੰਡੀਗੜ੍ਹ ਦੀ ਧਰਤੀ ਤੇ ਰਹਿੰਦੇ ਨੇ ਡਾਕਟਰ ਪਿਆਰੇ ਲਾਲ ਗਰਗ ਸਾਹਿਬ, ਬੜੀ ਸਤਿਕਾਰਤ ਹਸਤੀ ਨੇ। ਉਹਨਾਂ ਦੇ ਘਰ ਦੇ ਵਿੱਚ ਬੈਠ ਕੇ ਉਹਨਾਂ ਦੇ ਨਾਲ ਕੁਝ ਕੁ ਅਹਿਮ ਮਸਲਿਆਂ, ਕੁਝ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦਾ ਸਬਬ ਬਣਿਆ। ਆਓ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੀਏ। ਡਾਕਟਰ ਸਾਹਿਬ ਜੀ ਆਇਆਂ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ ਬੈਨੀਪਾਲ ਸਾਹਿਬ, ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਸਟੂਡੀਓ ਦੇ ਵਿੱਚ ਬੜੀ ਵਾਰੀ ਗੱਲਾਂ ਹੋਈਆਂ ਜੀ। ਅੱਜ ਬੜਾ ਚੰਗਾ ਲੱਗ ਰਿਹਾ ਕਿ ਤੁਹਾਡੇ ਸਾਹਮਣੇ ਬੈਠ ਕੇ ਕੁਝ ਨਵਾਂ ਸਿੱਖ ਕੇ ਮੁੜਾਂਗੇ ਤੇ ਕੁਝ ਨਵੀਆਂ ਮੁੱਦਿਆਂ ਦੇ ਉੱਤੇ ਗੱਲਾਂ ਬਾਤਾਂ ਦਰਸ਼ਕਾਂ ਨਾਲ ਸਾਂਝੀਆਂ ਕਰਾਂਗੇ। ਤਕਰੀਬਨ 1 ਸਾਲ ਤੋਂ ਜ਼ਿਆਦਾ ਦਾ ਸਮਾਂ ਹੋਇਆ ਜੀ ਕਿਸਾਨੀ ਸੰਘਰਸ਼ ਚੱਲਦਿਆਂ ਗੁਰਪੁਰਬ ਵਾਲੇ ਦਿਨ ਪ੍ਰਧਾਨ ਮੰਤਰੀ ਮੋਦੀ ਜੀ ਕਹਿੰਦੇ ਨੇ ਕਿ ਠੀਕ ਹੈ ਭਾਈ, ਇਹ ਕਾਨੂੰਨ, ਉਹਨਾਂ ਨੇ ਇਹ ਨਹੀਂ ਕਿਹਾ ਕਿ ਮਾੜੇ ਹੈ, ਸਮਝਾ ਨਹੀਂ ਸਕੇ, ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਤੇ ਹੁਣ ਤੁਹਾਨੂੰ ਕੀ ਲੱਗਦਾ, ਕਿਸਾਨ ਆਗੂਆਂ ਨੇ ਬੀਤੇ ਦਿਨੀ ਅਲਟੀਮੇਟਮ ਦੇ ਦਿੱਤਾ ਸੀ, ਕੁਝ ਕੁ ਉਹਨਾਂ ਦੀਆਂ ਮੰਗਾਂ ਵੀ ਨੇ, ਕਿ ਹੁਣ ਇਹਦਾ ਭਵਿੱਖ ਕੀ ਲੱਗਦਾ ਜੀ ਤੁਹਾਨੂੰ? ਬਿਲਕੁਲ ਠੀਕ ਹੈ ਬੈਨੀਪਾਲ ਸਾਹਿਬ, ਤੁਸੀਂ ਪਹਿਲਾਂ ਤਾਂ ਮੈਂ ਤੁਹਾਡਾ ਮਸ਼ਕੂਰ ਹਾਂ, ਜਿੰਨਾ ਤੁਸੀਂ ਇੰਨੀ ਤਾਰੀਫ ਦੇ ਕਾਬਲ ਨਹੀਂ ਹਾਂ, ਪਰ ਫਿਰ ਵੀ ਤੁਸੀਂ ਇਹ ਤੁਹਾਡੀ ਦਰਨਵਾਦੀ ਹੈ। ਜਿੱਥੋਂ ਤੱਕ ਅਸੀਂ ਕਿਸਾਨ ਅੰਦੋਲਨ ਦੀ ਗੱਲ ਸਮਝਦੇ ਹਾਂ ਕਿ ਤੁਸੀਂ ਸਹੀ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਵਾਪਸ ਤਾਂ ਲੈਣ ਦਾ ਐਲਾਨ ਕਰਦਾ, ਪਰ ਇਹ ਨਹੀਂ ਕਿਹਾ ਵੀ ਕਾਨੂੰਨ ਗਲਤ ਸੀਗੇ ਜਾਂ ਸਾਨੂੰ ਅਧਿਕਾਰ ਨਹੀਂ ਸੀ। ਉਹ ਕਹਿੰਦੇ ਅਸੀਂ ਸਮਝਾ ਨਹੀਂ ਸਕੇ, ਔਰ ਜਿੰਨਾ ਇੱਕ ਮੁੱਠੀ ਭਰ ਲੋਕਾਂ ਨੂੰ ਅਸੀਂ ਸਮਝਾ ਨਹੀਂ ਸਕੇ, ਬਾਕੀ ਲੋਕਾਂ ਦਾ ਕਾਨੂੰਨ ਵਾਪਸ ਲੈਣ ਕਰਕੇ ਜਿਹੜਾ ਨੁਕਸਾਨ ਹੋ ਰਿਹਾ, ਇਸ ਕਰਕੇ ਮੈਂ ਦੇਸ਼ ਵਾਸੀਆਂ ਤੋਂ ਮਾਫੀ ਮੰਗਦਾ। ਇਹ ਆਪਣੇ ਆਪ 'ਚ ਬਹੁਤ ਕੁਝ ਕਹਿੰਦਾ ਹੈ। ਤੁਸੀਂ ਕਿਹਾ ਵੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵੇਲੇ ਅਨਾਉਂਸ ਕਰਿਆ, ਪਤਾ ਨਹੀਂ ਕਿਉਂ ਮੈਂ ਸ਼ਾਇਦ ਕੋਈ ਸਨਕੀ ਵੀ ਕਹਿ ਸਕਦਾ, ਮੈਨੂੰ ਉਹਦੇ 'ਚ ਵੀ ਇੱਕ ਚਾਲ ਲੱਗਦੀ ਹੈ, ਉਹਦੇ 'ਚ ਵੀ ਇੱਕ ਰਾਜ ਲੱਗਦਾ ਹੈ, ਕਿਉਂਕਿ ਇਸ ਅੰਦੋਲਨ ਨੂੰ ਸਿੱਖਾਂ ਦਾ ਅੰਦੋਲਨ ਵਾਰ-ਵਾਰ ਦੱਸਿਆ ਜਾਂਦਾ ਰਿਹਾ। ਇਹ ਦੱਸਣ ਦੀ ਕੋਸ਼ਿਸ਼ ਕਰੀ ਗਈ ਵੀ ਇਹ ਸਿੱਖਾਂ ਦਾ ਅੰਦੋਲਨ, ਪਰ ਅਸੀਂ ਤਾਂ ਸਿੱਖਾਂ ਵਾਸਤੇ ਬਹੁਤ ਕੁਝ ਕਰਦੇ ਹਾਂ। ਦੇਖ ਲਓ, ਅਸੀਂ ਗੁਰਪੁਰਬ ਵਾਲੇ ਦਿਨ ਕਰੇ ਤੇ ਨਾਲ ਉਹੀ ਪ੍ਰੂਵ, ਜਦ ਕਿ ਹੁਣ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਸ਼ੁਰੂ ਸਿੱਖਾਂ ਨੇ ਕਰਿਆ ਹੋਵੇ, ਸ਼ੁਰੂ ਪੰਜਾਬੀਆਂ ਨੇ ਕਰਿਆ ਹੋਵੇ, ਪਰ ਹੁਣ ਇਹ ਨਾ ਸਿੱਖਾਂ ਦਾ ਨਾ ਪੰਜਾਬੀਆਂ ਦਾ, ਹੁਣ ਇਹ ਸਰਵ ਸਾਂਝੀਵਾਲਤਾ ਦਾ, ਕਿਸਾਨਾਂ ਦਾ ਜੀ, ਇਹ ਹੁਣ ਕਿਸਾਨਾਂ ਦਾ ਵੀ ਨਹੀਂ ਰਿਹਾ, ਮਜ਼ਦੂਰਾਂ ਦਾ, ਹੁਣ ਤਾਂ ਪੂਰੇ ਭਾਰਤੀਆਂ ਦਾ ਬਣ ਗਿਆ, ਆਵਾਮ ਦਾ ਜੀ, ਆਵਾਮ ਦਾ, ਜਨ ਦਾ ਅੰਦੋਲਨ। ਸੋ ਇਸ ਕਰਕੇ ਇਹਦੇ ਵਿੱਚ ਇੱਕ ਤਾਂ ਇਹ ਹੈ, ਇਹ ਆਪਣੇ ਆਪ 'ਚ ਬਹੁਤ ਕੁਝ ਕਹਿੰਦਾ। ਜਿਹੜਾ ਪ੍ਰਧਾਨ ਮੰਤਰੀ ਜੀ ਦਾ ਉਸ ਦਿਨ ਦਾ ਐਲਾਨ ਹੈ, ਜੇ ਅਸੀਂ ਉਸ ਨੂੰ ਧਿਆਨ ਨਾਲ ਦੇਖ ਲਈਏ, ਜਿਹੜਾ ਕਿ ਕਿਸਾਨਾਂ ਲੀਡਰਸ਼ਿਪ ਨੇ ਦੇਖ ਲਿਆ, ਉਹਨਾਂ ਦੀਆਂ ਟਿੱਪਣੀਆਂ ਵੀ ਆਈਆਂ ਨੇ, ਉਹਨਾਂ ਦੇ ਫੈਸਲੇ ਵੀ ਉਸੇ ਦਿਸ਼ਾ 'ਚ ਹੋਏ ਨੇ, ਤੇ ਉਹ ਬਹੁਤ ਕੁਝ ਕਹਿੰਦਾ ਹੈ। ਮੈਨੂੰ ਲੱਗਦਾ ਸੀ ਵੀ ਦੇਰ ਆਏ ਦੁਰਸਤ ਆਏ, ਵੀ ਜੇ ਪ੍ਰਧਾਨ ਮੰਤਰੀ ਜੀ ਜਿਵੇਂ ਹੁੰਦਾ ਕਿ ਜੇ ਮਨ ਦੇ ਵਿੱਚੋਂ ਅਸੀਂ ਕਰਦੇ, ਤਾਂ ਕਹਿੰਦੇ ਵੀ ਯਾਰ ਮੈਂ ਇਹਨੂੰ ਤਾਂ ਚੰਗੇ ਵਾਸਤੇ ਬਣਾਇਆ ਸੀ, ਪਰ ਹੁਣ ਇਹਨਾਂ ਨੂੰ ਨਹੀਂ ਸਮਝ ਆਈ, ਚਲੋ ਮੈਂ ਇੰਨਾ ਦੁੱਖ ਨਹੀਂ ਇਹਨਾਂ ਦਾ ਦੇਖ ਸਕਿਆ। ਉਹਨਾਂ ਨੇ ਦੁੱਖ ਦੀ ਗੱਲ ਨਹੀਂ ਕਰੀ, ਉਹਨਾਂ ਨੇ 700 ਬੰਦੇ ਦੇ ਸ਼ਹੀਦ ਹੋਣ ਦੀ ਗੱਲ ਨਹੀਂ ਕਰੀ, ਉਹਨਾਂ ਨੇ ਜੋ ਕੁਛ ਮਾੜਾ ਵਾਪਰਿਆ ਉਹਦੀ ਗੱਲ ਹੀ ਨਹੀਂ ਕਰੀ। ਸੋ ਉਹਨਾਂ ਨੂੰ ਦੁੱਖ ਇਸ ਗੱਲ ਦਾ ਹੈ ਵੀ ਮੈਂ ਦੂਜੇ ਬੰਦਿਆਂ ਦਾ ਨੁਕਸਾਨ ਕਰ ਰਿਹਾ, ਜਿਵੇਂ ਉਹਨਾਂ ਦੀ ਨਜ਼ਰ 'ਚ ਜਿਹੜੇ ਬੰਦੇ ਸ਼ਹੀਦ ਹੋ ਗਏ ਉਹਦਾ ਕੋਈ ਦੁੱਖ ਨਹੀਂ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਇੱਕ ਤਾਂ ਇਹ ਐਲਾਨ ਜਿਹੜਾ ਹੈ ਇਹ ਮਜਬੂਰੀ ਵਸਜਾ ਕਰਿਆ ਗਿਆ ਹੈ। ਪਰ ਇਹਨੂੰ ਜੇ ਆਪਾਂ ਕਹਿ ਕੇ, ਕਈ ਲੋਕ ਕਹਿਣਗੇ ਵੀ ਪ੍ਰਧਾਨ ਮੰਤਰੀ ਝੁਕ ਗਿਆ ਜੀ, ਪ੍ਰਧਾਨ ਮੰਤਰੀ ਹਾਰ ਗਿਆ ਜੀ, ਇਹੋ ਜਿਹੀਆਂ ਗੱਲਾਂ ਕਹਿਣ ਦਾ ਕੋਈ ਫਾਇਦਾ ਨਹੀਂ ਹੁੰਦਾ। ਇਹ ਜਿਵੇਂ ਮੋਹਣੀ ਹੋਣ ਦੀ ਲੋੜ ਨਹੀਂ ਹੈ। ਜਿਹੜੀ ਚੀਜ਼ ਸਾਹਮਣੇ ਦਿਖਦੀ ਹੋਵੇ ਕਹਿਣ ਦੀ ਕੀ ਲੋੜ ਹੈ? ਜੋ ਵੀ ਹੋਇਆ, ਝੁਕੇ ਨੇ, ਹਾਰੇ ਨੇ, ਚੋਣ ਕਰਕੇ ਕਰਿਆ, ਯੂਪੀ ਕਰਕੇ ਕਰਿਆ, 2024 ਕਰਕੇ ਕਰਿਆ, ਕਿਸਾਨਾਂ ਦੇ ਅੰਦੋਲਨ ਨੂੰ ਜਿਹੜਾ ਹੈ ਉਹਦੀ ਤਾਕਤ ਕਰਕੇ ਹੋਇਆ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ। ਉਹ ਤਾਕਤ ਦਾ ਪ੍ਰਭਾਵ ਕੀ ਪੈਣਾ ਸੀ, ਉਹਦੇ ਪ੍ਰਭਾਵ ਕਰਕੇ ਹੋਇਆ। ਅਸੀਂ ਅੰਬ ਖਾਣੇ ਕੋ ਗੁਠਲੀਆਂ ਗੜਨੀਆਂ ਨੇ, ਕਾਨੂੰਨ ਵਾਪਸ ਲੈਣ ਦੀ ਮੰਗ ਸੀ, ਹੋ ਗਈ, ਉਹ ਹੋ ਗਈ ਇੱਕ। ਹੁਣ ਜਿਹੜਾ ਮੋਰਚਾ ਹੈ ਜੀ, ਹੁਣ ਮੋਰਚਾ ਚੱਲ ਰਿਹਾ ਹੈ ਜੀ, ਪਰ ਕਾਨੂੰਨ ਵਾਪਸ ਕਦ ਮੰਨਿਆ ਜਾਊ? ਕਈ ਕਹਿੰਦੇ ਸੀ ਵੀ ਜੀ ਪ੍ਰਧਾਨ ਮੰਤਰੀ, ਠੀਕ ਹੈ ਪ੍ਰਧਾਨ ਮੰਤਰੀ ਨੇ ਐਲਾਨ ਕਰਤਾ, ਪਰ ਫਿਰ ਉਹਦਾ ਪੜਾ ਕੀ ਸੀ ਵੀ ਕੌਂਸਲ ਆਫ ਮਿਨਿਸਟਰਸ ਦੇ ਵਿੱਚ ਮੰਤਰੀ ਪਿੱਛੇ ਪਾਸ ਹੋਣਾ, ਉਹ ਵੀ ਹੋ ਗਿਆ। ਜਿੰਨਾ ਚਿਰ ਕਿਉਂਕਿ ਕਾਨੂੰਨ ਵਾਪਸ ਲੈਣ ਦੀ ਪਾਵਰ ਭਾਰਤ ਦੇ ਸੰਵਿਧਾਨ ਮੁਤਾਬਕ ਸਿਰਫ 2 ਸ਼ਕਤੀਆਂ ਕੋਲ ਸੀ,
ਬਾਕੀ ਤਾਂ ਐਲਾਨ ਕਰ ਸਕਦੇ ਨੇ ਜੀ ਜਾਂ ਮੰਗ ਕਰ ਸਕਦੇ ਨੇ। ਇੱਕ ਦੇਸ਼ ਦੀ ਪਾਰਲੀਮੈਂਟ, ਇੱਕ ਦੇਸ਼ ਦੀ ਸੁਪਰੀਮ ਕੋਰਟ। ਜੀ ਸੁਪਰੀਮ ਕੋਰਟ 'ਚ ਕੇਸ ਲੰਬੇ 'ਚ ਪਿਆ। ਸੋ ਹੁਣ ਪਾਰਲੀਮੈਂਟ 'ਚ ਜਿੰਨਾ ਚਿਰ ਉਹ ਪਾਸ ਹੋ ਕੇ ਪ੍ਰੈਜ਼ੀਡੈਂਟ ਸਾਹਿਬ ਦੀ ਮੋਹਰ ਲਾ ਕੇ ਦਸਤਖਤ ਹੋ ਕੇ ਭਾਵ ਜਿਵੇਂ ਬਣਿਆ ਸੀ, ਹਾਂ, ਉਹਦੀ ਨੋਟੀਫਿਕੇਸ਼ਨ ਨਹੀਂ ਹੁੰਦੀ, ਉਹਨਾਂ ਚਿਰ ਉਹਨੂੰ ਆਪਾਂ ਵਿਧੀਵਤ ਨਹੀਂ ਮੰਨਦੇ। ਠੀਕ ਹੈ, ਵਾਅਦਾ ਹੋ ਗਿਆ, ਜਿਵੇਂ ਆਪਾਂ ਕਿਸੇ ਨਾਲ ਤੈਅ ਕਰ ਲੈਂਦੇ ਹਾਂ ਵੀ ਆਪਾਂ ਆਹ ਕੰਮ ਐਂ ਕਰਾਂਗੇ, ਪਰ ਜਿੰਨਾ ਚਿਰ ਹੁੰਦਾ ਨਹੀਂ, ਉਹ ਵਿਧੀਵਤ ਕੋਈ ਤਰੀਕਾ ਹੁੰਦਾ ਹੈ। ਜੀ ਜੀ ਸੋ ਵਿਧੀਵਤ ਤਰੀਕਾ ਉਹ 29 ਨੂੰ ਇਕੱਠਾ ਇੰਟਰੋਡਿਊਸ ਵੀ ਕਰਦੇ ਨੇ ਦੋਨੇ ਹਾਊਸਿਸ 'ਚ, ਉਹ 30 ਤਰੀਕ ਤੱਕ ਨੋਟੀਫਿਕੇਸ਼ਨ ਹੋ ਸਕਦੀ ਹੈ। ਜੇ ਤੇਜ਼ੀ ਕਰਨੀ ਤਾਂ 1 ਨੂੰ ਕਰ ਦੇਣਗੇ। ਜਿੰਨਾ ਚਿਰ ਉਹ ਨੋਟੀਫਿਕੇਸ਼ਨ ਨਹੀਂ ਹੁੰਦੀ, ਅੱਗੋਂ ਨੋਟੀਫਿਕੇਸ਼ਨ 'ਚ ਲਿਖਿਆ ਕੀ ਜਾਂਦਾ ਹੈ ਜੀ, ਉੱਥੇ ਵੀ ਇੱਕ ਹੈਗਾ ਵਿਵਾਦ, ਜਿਹੜਾ ਕਿਸਾਨਾਂ ਨੇ ਦੇਖ ਲਿਆ, ਜਿਹੜਾ ਸਾਨੂੰ ਸਾਰਿਆਂ ਨੂੰ ਦੇਖਣ ਦੀ ਲੋੜ ਹੈ। ਉਹ ਇਹ ਹੈ ਵਿਵਾਦ ਕਿ ਅਜੇ ਤੱਕ ਵੀ ਇਹ ਫੈਸਲਾ ਨਹੀਂ ਹੋਇਆ ਕਿ ਭਾਰਤ ਸਰਕਾਰ ਕੋਲੇ ਭਾਰਤ ਦੇ ਸੰਵਿਧਾਨ ਮੁਤਾਬਕ ਇਹ ਕਾਨੂੰਨ ਬਣਾਉਣ ਦਾ ਹੱਕ ਹੀ ਨਹੀਂ ਹੈ। ਇਹ ਸੂਬਿਆਂ ਦਾ ਹੱਕ ਸੀ। ਭਾਰਤ ਸਰਕਾਰ ਨੇ ਤੇ ਡਾਕਾ ਮਾਰਿਆ ਸੀ, ਆਪਾਂ ਕਹਿ ਦਿੰਦੇ ਹਾਂ ਕਬਜ਼ਾ ਕਰਿਆ ਸੀ ਨਜਾਇਜ਼, ਤੇ ਉਹ ਕਬਜ਼ਾ ਕਰੇ ਕਿ ਜੋ ਆਊਟਕਮ ਸੀ ਉਹਨੂੰ ਰੋਕਿਆ ਜੇ, ਕਬਜ਼ੇ ਨੂੰ ਨਹੀਂ ਰੋਕਿਆ। ਉਹ ਕਹਿੰਦੇ ਅਸੀਂ ਕਰ ਸਕਦੇ ਹਾਂ ਦੁਬਾਰਾ। ਇਹ ਇੱਕ ਤਾਂ ਇਸ ਮਸਲੇ ਤੇ ਬੋਲੇ ਵੀ ਨਹੀਂ ਹੋ। ਹਾਂ, ਬੋਲੇ ਵੀ ਨਹੀਂ। ਇਹ ਸਵਾਲ ਵੱਡਾ ਸਵਾਲ ਹੈ ਕਿ ਸੂਬਿਆਂ ਦੀਆਂ ਜਿਹੜੀਆਂ ਸ਼ਕਤੀਆਂ ਨੇ ਔਰ ਕਿਸਾਨਾਂ ਦੇ ਅੰਦੋਲਨ ਦਾ ਹਿੱਸਾ ਸੀ। ਕਿਸਾਨਾਂ ਨੇ, ਉਗਰਾਹਾਂ ਸਾਹਿਬ ਨੇ ਵਾਰ-ਵਾਰ ਕਿਹਾ ਵੀ ਕਹਿੰਦੇ ਖੋਖਾ ਖਾਲੀ ਰੱਖ ਲਓ, ਬਾਕੀ ਭਾਵੇਂ ਸਾਰੇ ਹੀ ਕੱਢ ਦਿਓ। ਖੋਖਾ ਰੱਖਣ ਦਾ ਮਤਲਬ ਵੀ ਸਾਡੀ ਤਾਕਤ ਰਹਿਣ ਦਿਓ। ਉਹ ਤਾਕਤ ਦਾ ਸਵਾਲ ਹੈਗਾ ਕਿਸਾਨਾਂ ਕੋਲੇ। ਪਰ ਹੁਣ ਕਿਉਂਕਿ ਜਦ ਇੱਕ ਪੜਾਅ ਤੁਸੀਂ ਕਰ ਲਿਆ, ਉਹਦੇ 'ਚ ਅੰਦੋਲਨ ਦੀ ਜਿਹੜੀ ਸੈਂਟੀਮੈਂਟ ਹੈ, ਜਿਹੜੀ ਸੰਵੇਦਨਾ ਹੈ, ਉਹ ਜਨਤਾ 'ਚ ਵੀ ਹੋਣੀ ਜ਼ਰੂਰੀ ਹੁੰਦੀ ਹੈ। ਜੇ ਹੁਣ ਇਸ ਦੇ ਉੱਤੇ ਉਹ ਕਹਿੰਦੇ ਨੇ ਵੀ ਨਹੀਂ ਇਹ ਤਾਂ ਕੇਂਦਰ ਨੇ ਆਪਦਾ ਹੱਕ ਤਾਂ ਛੱਡਿਆ ਹੀ ਨਹੀਂ, ਜਿਵੇਂ ਕਈ ਕਹਿ ਰਹੇ ਨੇ ਮੀਡੀਆ 'ਚ ਵੀ, ਤਾਂ ਉਹਦੇ ਨਾਲ ਆਮ ਲੋਕਾਂ ਨੂੰ ਸਮਝਾਉਣਾ ਜੇ ਔਖਾ ਹੈ। ਅੱਛਾ, ਇਸ ਕਰਕੇ ਇਹ 3 ਕਾਨੂੰਨਾਂ ਦੀ ਇੰਨੀ ਕੁ ਵਾਪਸੀ ਨੂੰ ਇਹ ਮਨਜ਼ੂਰ ਕਰ ਵੀ ਲੈਣਗੇ ਜੇ ਠੀਕ ਹੋ, ਜਿੰਨਾ ਚਿਰ ਉਹ 'ਚ ਕੋਈ ਹੋਰ ਘੁੰਡੀ ਨਾ ਪਾਈ ਜਾਵੇ ਨੋਟੀਫਿਕੇਸ਼ਨ 'ਚ। ਗਰਗ ਸਾਹਿਬ, ਇੱਕ ਹੋਰ ਸਵਾਲ ਹੈ ਜਿਹਦਾ ਤੁਸੀਂ ਹੁਣ ਜ਼ਿਕਰ ਕਰ ਰਹੇ ਹੋ ਕਿ ਅਨਾਉਂਸ ਕਰਦਿਆਂ, ਐਲਾਨ ਕਰਦਿਆਂ ਕੋਈ ਅਫਸੋਸ ਨਹੀਂ, ਕੋਈ ਦੁੱਖ ਨਹੀਂ, ਕੋਈ ਚਿੰਤਾ ਨਹੀਂ ਕਿ 700 ਤੋਂ ਵੱਧ ਕਿਸਾਨ, ਮਜ਼ਦੂਰ ਜਾਂ ਇਹਦੀ ਮੰਗ ਕਰਨ ਵਾਲੇ ਸ਼ਹੀਦੀਆਂ ਦੇ ਗਏ। ਜੇ ਮੰਨ ਲਓ, ਆਮ ਤੌਰ ਤੇ ਰਵਾਇਤ ਹੈ ਕਿ ਭਾਵੇਂ ਉਹ ਵਿਧਾਨ ਸਭਾ ਦਾ ਹੋਵੇ, ਭਾਵੇਂ ਲੋਕ ਸਭਾ ਦਾ, ਰਾਜ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਹੈ, ਪਹਿਲੇ ਦਿਨ ਜਿਹੜੀਆਂ ਸ਼ਖਸੀਅਤਾਂ ਹੁੰਦੀਆਂ ਨੇ, ਵੱਡੀ ਹੋਵੇ ਛੋਟੀ ਹੋਵੇ, ਜਿਹਨੂੰ ਉਹ ਸਮਝਦੇ ਹੈ, ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਕਈ ਵਾਰੀ ਸਮਾਗਮ ਉਠਾ ਦਿੱਤਾ ਜਾਂਦਾ, ਪਹਿਲੇ ਦਿਨ ਦਾ ਸਦਨ ਉਠਾ ਦਿੱਤਾ ਜਾਂਦਾ ਹੈ। ਜੇ ਮੰਨ ਲਓ ਪਹਿਲੇ ਦਿਨ ਇਹਨਾਂ ਨੇ ਇਹ ਨਾ ਕੀਤਾ, ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਬੀਤੇ ਸਮੇਂ 'ਚ ਵੀ ਨਹੀਂ ਇਸ ਮਸਲੇ ਤੇ ਗੱਲਬਾਤ ਕਦੀ ਹੋਈ, ਕਿ ਲੋਕਾਂ ਦਾ ਗੁੱਸਾ ਬਰਕਰਾਰ ਰਹੂ? ਤੇ ਜੇਕਰ ਪਹਿਲੇ ਦਿਨ ਇਹ ਮੰਨ ਲੈਂਦੇ ਨੇ ਕਿ 2 ਮਿੰਟ ਦਾ ਚਲੋ ਮੌਨ ਹੀ ਰੱਖ ਲੈਂਦੇ ਆ, ਜਾਂ ਗੁੱਸਾ ਸ਼ਾਂਤ ਹੋ ਜੂ? ਫਿਰ ਦੇਖੋ, ਗੁੱਸਾ ਜਿਹੜਾ ਦੁੱਖ ਹੁੰਦਾ ਉਹ ਸੱਲ ਨਹੀਂ ਮਿਟਦੇ ਹੁੰਦੇ, ਨੇੜੇ ਆ ਸਕਦੇ ਨੇ। ਜਿਵੇਂ ਅਸੀਂ ਸਰਜਰੀ ਕਰਦੇ ਹਾਂ, ਉਹ ਚੀਰਾ ਪਾਤਾ, ਉਹ ਚੀਰੇ ਦੇ ਟਾਂਕੇ ਲਾ ਕੇ ਨੇੜੇ ਤਾਂ ਲਿਆ ਸਕਦਾ, ਦਾਗ ਨਹੀਂ ਧੋ ਸਕਦੇ। ਸਕਾਰ ਤਾਂ ਰਹਿੰਦਾ ਹੀ ਹੈ। ਸਕਾਰ ਤਾਂ ਰਹਿੰਦਾ ਹੀ ਹੈ। ਸਕਾਰ ਤਾਂ ਫਿਰ ਕੋਈ ਚੰਗੀ ਪਲਾਸਟਿਕ ਸਰਜਰੀ ਕਰਨੀ ਪਊਗੀ ਤਾਂ ਮਾੜਾ ਮੋਟਾ ਘਟੇਗਾ। ਉਹ ਮੈਨੂੰ ਲੱਗਦਾ ਨਹੀਂ ਵੀ ਸਰਕਾਰ ਕਰੇ। ਜਿਹੜੀ ਤੁਸੀਂ ਗੱਲ ਕਹੀ ਹੈ, ਮੈਨੂੰ ਲੱਗਦਾ ਨਹੀਂ ਵੀ ਇਹ ਏਡੇ ਵੱਡੇ ਸਟੇਟਸਮੈਨ ਨੇ। ਇਹਦੇ ਵਾਸਤੇ ਬਹੁਤ ਵੱਡਾ ਜਿਗਰਾ ਚਾਹੀਦਾ ਹੁੰਦਾ ਹੈ। ਉਹ ਜਿਗਰਾ ਪ੍ਰਧਾਨ ਮੰਤਰੀ ਮੋਦੀ ਜੀ ਪਹਿਲੇ ਦਿਨ ਹੀ ਦਿਖਾ ਸਕਦੇ ਸੀ, ਕਿਉਂਕਿ ਉਹ ਆਪਦੇ ਆਪ ਨੂੰ ਦੇਸ਼ ਦਾ ਵੱਡੇ ਤੋਂ ਵੱਡਾ, ਚਾਹੇ ਰਵਿੰਦਰਨਾਥ ਟੈਗੋਰ ਵਾਲੀ ਗੱਲ ਕਰ ਲਈਏ, ਚਾਹੇ ਸ਼ਾਇਦ ਉਹ ਕਹਿੰਦੇ ਹੁਣ ਵੀ ਮੈਂ ਆਊਟ ਆਫ ਪ੍ਰਪੋਰਸ਼ਨ, ਵੀ ਮੇਰੇ ਵਰਗਾ ਲੀਡਰ ਕੋਈ ਦੁਨੀਆ 'ਚ ਹੈ ਹੀ ਨਹੀਂ। ਭਾਰਤੀ ਜਨਤਾ ਪਾਰਟੀ ਕਹਿੰਦੇ ਆ ਜੀ ਇਹ ਗੱਲ, ਦੇਵਤੇ ਦੇ ਤੌਰ ਤੇ ਪੇਸ਼ ਕਰ ਰਹੇ ਨੇ, ਉਹ ਮਨੁੱਖ ਤੋਂ ਉੱਪਰ ਉੱਠ ਰਹੇ ਨੇ। ਉਹ ਮੰਤਰੀ, ਮੁੱਖ ਮੰਤਰੀ ਕਹਿੰਦੇ ਵੀ ਹੈ। ਹਾਂ, ਸੋ ਉਹ ਫਿਰ ਜੇ ਉਦੋਂ ਨਹੀਂ ਅਨਾਉਂਸ ਕਰਿਆ, ਪਹਿਲੀ ਗੱਲ ਮੈਨੂੰ ਇਹ ਉਮੀਦ ਨਹੀਂ ਜੋ ਤੁਸੀਂ ਕਹਿੰਦੇ ਹੋ ਵੀ ਉਹ ਕਰਨਗੇ ਜੀ, ਪਰ ਜੇ ਉਹ ਕਰ ਦੇਣ ਤਾਂ ਮੈਂ ਕਹਾਂਗਾ ਵੀ ਉਹ ਫਿਰ ਵੀ ਚੰਗਾ ਹੋਏਗਾ ਬਾਕੀ ਨਾਲ। ਪਰ ਉਹ ਸਟੇਟਸਮੈਨਸ਼ਿਪ ਤੋਂ ਨਹੀਂ ਕਰਨਾ, ਕਿਉਂਕਿ ਸਟੇਟਸਮੈਨਸ਼ਿਪ ਤੋਂ ਤਾਂ ਪਹਿਲੇ ਦਿਨ ਉਹ ਇਹ ਕਰ ਸਕਦੇ ਸੀ, ਕਰਨਾ ਚਾਹੀਦਾ ਸੀ, ਕਰ ਸਕਦੇ ਨਹੀਂ ਕਰਨੀ ਸਟੇਟਸਮੈਨਸ਼ਿਪ, ਕਿਉਂਕਿ ਜਿਗਰਾ ਵੱਡਾ ਚਾਹੀਦਾ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦਊਂਗਾ ਅੱਧੇ ਮਿੰਟ 'ਚ। ਸਾਡੇ ਜਦੋਂ ਪ੍ਰਸ਼ਾਂਤ ਭੂਸ਼ਣ ਵਾਲਾ ਕੇਸ ਸੀ, ਮੈਨੂੰ ਕੋਈ ਚੈਨਲ ਇੰਟਰਵਿਊ ਕਰ ਰਿਹਾ ਸੀ ਵੀ ਹੁਣ ਇਹ ਸਜ਼ਾ ਤਾਂ ਕਹਿੰਦਾ ਵੀ ਇਹ ਕਸੂਰਵਾਰ ਤਾਂ ਹੈਗਾ, ਸਜ਼ਾ ਡਿਟਰਮਿਨ ਕਰਨੀ ਹੈ। ਮੈਂ ਕਿਹਾ ਦੇਖੋ, ਜੇ ਤਾਂ ਸਾਡੀ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਬਹੁਤ ਉੱਚੇ ਉੱਠਣਗੇ ਤਾਂ ਉਹ ਇਹ ਕਹਿ ਦੇਣ ਵੀ ਦੇਖੋ ਸਜ਼ਾ ਕਸੂਰਵਾਰ ਤਾਂ ਹੈਗਾ ਹੀ ਹੈ, ਸਜ਼ਾ ਇਸ ਨੂੰ ਅਸੀਂ ਤੈਅ ਕਰਨੀ ਸੀ, ਕਸੂਰਵਾਰ ਤਾਂ ਠਹਿਰਾਤਾ ਇਹ ਹੈਗਾ, ਪਰ ਅਸੀਂ ਸਜ਼ਾ ਇਹਨੂੰ ਦਿੰਦੇ ਨਹੀਂ, ਕਿਉਂਕਿ ਇਹਦਾ ਹੋਰ ਜਿਹੜਾ ਯੋਗਦਾਨ ਹੈ ਕਾਨੂੰਨ ਦੇ ਵਿੱਚ ਲੋਕਾਂ ਨੂੰ ਇਨਸਾਫ ਦਿਵਾਉਣ 'ਚੋਂ ਕਾਫੀ ਜ਼ਿਆਦਾ ਹੈ। ਉਹਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇਹਨੂੰ ਸਜ਼ਾ ਨਹੀਂ ਦਿੰਦੇ, ਪਰ ਇਹਦੇ ਵਾਸਤੇ ਬੜਾ ਵੱਡਾ ਜਿਗਰਾ ਚਾਹੀਦਾ ਹੈ। ਉਹ ਮੈਨੂੰ ਲੱਗਦਾ ਨਹੀਂ ਵੀ ਹੋਵੇ। ਸੋ ਇਸ ਕਰਕੇ ਕੋਈ ਛੋਟੀ ਮੋਟੀ ਸਜ਼ਾ ਦੇ ਦੇਣਗੇ। ਕੋਈ 1 ਰੁਪਏ ਦਾ ਜੁਰਮਾਨਾ ਹੋਇਆ ਹੀ 1 ਰੁਪਏ ਦਾ ਜੁਰਮਾਨਾ ਲਾ ਦੋ, ਜੁਰਮਾਨਾ ਕਰਤਾ। ਸੋ ਇਸੇ ਤਰ੍ਹਾਂ ਹੀ ਇੱਥੇ ਇਹ ਬੇਦਿਲੇ ਮਨ ਨਾਲ ਬੇਸ਼ੱਕ ਹੋ ਜੇ, ਥੱਲੇ ਵਾਲੇ ਕਹਿ ਦੇਣ, ਆਪੋਜੀਸ਼ਨ ਕਹਿ ਦੇ,
ਵੀ ਜੇ ਮਤਾ ਲੈ ਆਓ, ਜੀ ਜੀ ਕਿਉਂਕਿ ਫਿਰ ਸ਼ਾਇਦ ਇਹ ਨਾ ਵੀ ਨਾ ਕਰਨ ਅਜੇ ਤੱਕ, ਕਿਉਂਕਿ ਇਹਨਾਂ ਸਾਡੇ ਸਤਰ ਜੀ ਕਹੇ ਮੈਂ ਤਾਂ ਉਹਨਾਂ ਨੂੰ ਸ਼ਹੀਦ ਹੀ ਨਹੀਂ ਮੰਨਦਾ। ਉਹਨਾਂ ਕੋਲ ਤਾਂ ਅੰਕੜਾ ਹੀ ਕੋਈ ਹੈ ਨਹੀਂ। ਤੇ ਦੂਜੀ ਗੱਲ, ਸ਼ਹੀਦ ਤਾਂ ਸਾਡੇ ਅੰਗਰੇਜ਼ ਵੀ ਨਹੀਂ ਮੰਨਦੇ ਸੀ। ਅੰਗਰੇਜ਼ਾਂ ਜ਼ਿਆਦਾ ਸਾਡੇ ਬਾਬਰ ਅਕਾਲੀ, ਗਦਰੀ ਬਾਬੇ, ਭਗਤ ਸਿੰਘ, ਰਾਜਗੁਰੂ ਸੁਖਦੇਵ, ਕਰਤਾਰ ਸਿੰਘ ਸਰਾਭੇ, ਊਧਮ ਸਿੰਘ, ਉਹਨਾਂ ਨੂੰ ਕਿਹੜਾ ਮਦਨ ਲਾਲ ਢੀਂਗਰਾ, ਉਹਨਾਂ ਨੂੰ ਕਿਹੜਾ ਸ਼ਹੀਦ ਮੰਨਦੇ ਸੀ। ਉਹ ਤਾਂ ਕਹਿੰਦੇ ਇਹ ਤਾਂ ਟੈਰਰਿਸਟ ਸੀਗੇ। ਸੋ ਸ਼ਹੀਦ ਕੌਣ ਕਿਹਦਾ ਹੈ ਇਹ ਤਾਂ ਸਮਾਂ ਦੱਸਦਾ ਤੇ ਕੌਮਾਂ ਫੈਸਲਾ ਕਰਦੀਆਂ ਨੇ। ਸੋ ਮੈਨੂੰ ਐਂ ਲੱਗਦਾ ਵੀ ਇਹ ਤਾਂ ਨਹੀਂ, ਸੰਭਾਵਨਾ ਘੱਟ ਹੈ, ਜੇ ਕਰ ਦੇਣ ਤਾਂ ਚੰਗਾ ਹੋਏਗਾ। ਪਰ ਇਹਦੇ ਨਾਲ ਜੇ ਕੋਈ ਕਹਿਣ ਵੀ ਗੁੱਸਾ ਬਿਲਕੁਲ ਖਤਮ ਹੋ ਜਾਏਗਾ, ਠੀਕ ਹੈ, ਫੱਟ ਮਿਲਦੇ ਥੋੜ੍ਹਾ ਜਿਹਾ ਤਾਂ ਮਿਲਦਾ ਹੀ ਹੈ। ਜੇ ਕੋਈ ਮਾੜਾ ਮੋਟਾ ਵੀ ਤੁਹਾਡੇ ਵੱਲ ਹੱਥ ਵਧਾਉਂਦਾ ਹੈ ਚੰਗਾ, ਤਾਂ ਫਿਰ ਤੁਸੀਂ ਇੰਨਾ ਕੁ ਤਾਂ ਹੁੰਦਾ ਹੀ ਹੈ ਨਾ ਇਨਸਾਨੀਅਤ। ਸੋ ਕਿਸਾਨੀ 'ਚ, ਲੋਕਾਂ 'ਚ ਉਹਨਾਂ ਦਾ ਹਿਰਦਾ ਵਿਸ਼ਾਲ ਹੈ। ਸਰਕਾਰਾਂ ਜਿਹੜੀਆਂ ਮਰਜ਼ੀ ਹੋਣ, ਉਹਨਾਂ ਦਾ ਹਿਰਦਾ ਤੰਗ ਹੈ ਤੇ ਲੋਕ ਉਹਨਾਂ ਨੂੰ ਮਾਫ ਕਰ ਦਿੰਦੇ ਨੇ, ਵੱਡੀਆਂ ਵੱਡੀਆਂ ਗਲਤੀਆਂ ਵੀ ਉਹਨਾਂ ਦੀਆਂ। ਪਰ ਇਹਦਾ ਮਤਲਬ ਇਹ ਨਹੀਂ ਉਹ ਗਲਤੀ ਨਹੀਂ ਸੀ। ਪਰ ਸਰਕਾਰਾਂ ਤਾਂ ਮਾਫ ਹੀ ਨਹੀਂ ਕਰਦੀਆਂ ਜੀ। ਸਰਕਾਰਾਂ ਤਾਂ ਬਦਲਾਖੋਰੀ ਨੀਤੀ 'ਚ ਜਾਂਦੀਆਂ ਨੇ, ਵੀ ਇਹਨੂੰ ਜੇਲ੍ਹ 'ਚ ਪਾ ਕੇ ਰੱਖੋ, ਇਹਨੂੰ ਨਿਕਲ ਨਾ ਦਿਓ, ਜੋ ਮਰਜ਼ੀ ਹੋ ਜੇ। ਅੱਛਾ, ਹੁਣ ਆਪਾਂ ਦੇਖਿਆ ਬੀਤੇ ਸਮੇਂ 'ਚ ਹੁੰਦਾ ਰਿਹਾ। ਅੱਛਾ, ਹੁਣ ਜਿਹੜੇ ਮੈਂ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਕਿ ਭਵਿੱਖ ਕੀ ਲੱਗਦਾ ਜੀ? ਹਾਂ, ਮੈਂ ਉਸ 'ਚ ਬਿਲਕੁਲ ਠੀਕ ਹੈ। ਸਾਡੇ ਕੋਲ ਸਮੱਸਿਆ ਕਿੱਥੇ ਹੈ ਜੀ? ਕਿਸਾਨੀ ਦੇ ਸਾਹਮਣੇ ਪਹਿਲਾਂ ਸਰਕਾਰ ਕੋਲ ਬਹੁਤ ਜ਼ਿਆਦੀਆਂ ਸੀਗੀਆਂ ਦੁਸ਼ਵਾਰੀਆਂ, ਹੁਣ ਉਹ ਕਾਫੀ ਉਹ 'ਚੋਂ ਨਿਕਲ ਗਈ ਹੈ। ਉਹ ਲੋਕਾਂ ਨੂੰ ਨਹੀਂ ਸਮਝਾਊਗੀ, ਨਹੀਂ ਲੋਕ ਮੰਨਣਗੇ, ਵੱਖਰੀ ਗੱਲ ਹੈ। 3 ਕਾਨੂੰਨ ਵਾਪਸ ਹੋਣ ਦੇ ਉੱਤੇ ਕਿਸਾਨਾਂ ਨੂੰ ਜਿਹੜੇ ਉਹਨਾਂ ਨੇ ਫੈਸਲੇ ਵੀ ਕਰਦੇ ਆਪਾਂ ਦੇਖੇ ਵੀ ਨੇ ਜੀ। ਇਹ ਚੰਗੀ ਗੱਲ ਹੈ ਵੀ ਉਹਨਾਂ ਨੇ ਆਪਦੀ ਜਿਹੜਾ 22 ਤਰੀਕ ਵਾਲਾ ਪ੍ਰੋਗਰਾਮ ਵੀ ਰੱਖਿਆ, ਉਹ ਬੜਾ ਉਸ ਨਾਲ ਹੋਇਆ ਜੀ। ਜਿਹੜਾ 26 ਵਾਲਾ ਸੀ ਉਹਦੇ 'ਚ ਤਾਂ ਬਹੁਤ ਹੀ ਜ਼ਿਆਦਾ ਮਤਲਬ ਲੋਕਾਂ ਦੀ ਪਾਰਟੀਸਪੇਸ਼ਨ ਤੇ ਜੋਸ਼ ਸੀਗਾ ਜੀ। ਉਹ ਚੰਗਾ ਵੀ ਹੋਇਆ ਵੀ ਤਾਕਤ ਸਾਡੀ ਕਹਿਣਾ ਖੁਸ਼ ਵੀ ਹੋਵੇ, ਆਪਾਂ ਖੁਸ਼ ਹੁੰਦੇ ਹਾਂ ਜੇ ਕੋਈ ਪ੍ਰਾਪਤੀ ਕਰ ਲਈਏ, ਚਾਹੇ ਛੋਟੀ ਵੀ ਹੋਵੇ ਜੀ ਹੈ। ਤੇ ਉਸ ਤੋਂ ਅੱਗੇ ਜਿਹੜਾ ਹੈਗਾ ਵੀ ਜਦ ਹੁਣ ਕਿਸਾਨ ਜਿਹੜਾ ਹੈ, ਪਰ ਇੱਕ ਪੋਜ਼ਿਟਿਵ ਗੱਲ ਕਰੀਏ, ਹਾਂ ਪੱਖੀ ਕਰੀ ਹੈ ਕਿ ਪਾਰਲੀਮੈਂਟ ਦਾ ਮਾਰਚ ਪੋਸਟਪੋਨ ਕਰਤਾ। ਕਿਉਂਕਿ ਜਦ ਤੁਸੀਂ 29 ਵਾਲਾ ਜਦ ਤੁਸੀਂ ਨੇੜੇ ਜਾਂਦੇ ਹੋ, ਸਮਝੌਤੇ ਦੀ ਗੱਲ ਚਾਹੁੰਦੇ ਹੋ, ਤਾਂ ਫਿਰ ਉਦੋਂ ਟਨਾਟਨੀ ਨਹੀਂ ਰੱਖੀ ਦੀ ਜ਼ਿਆਦਾ। ਪਰ ਐਟ ਦੀ ਸੇਮ ਟਾਈਮ ਫੌਜਾਂ ਵਾਪਸ ਨਹੀਂ ਸਾਰੀਆਂ ਬਣਾਈ ਦੀਆਂ, ਕਿਉਂਕਿ ਅਜੇ ਤੱਕ ਫੈਸਲਾ ਹੀ ਨਹੀਂ ਹੋਇਆ ਪੂਰਾ। ਸੋ ਹੁਣ ਕਿਸਾਨਾਂ ਦੇ ਸਾਹਮਣੇ 4 ਚੀਜ਼ਾਂ ਜੇ ਹੋਰ ਪੈਂਡਿੰਗ ਨੇ, ਜਿਹੜੀਆਂ ਉਹਨਾਂ ਦੀਆਂ ਮੰਗਾਂ ਦਾ ਪਾਰਟ ਹੈ। ਉਹ ਇਹ ਹੈ ਵੀ ਇੱਕ ਤਾਂ MSP ਦੇ ਉੱਤੇ ਖਰੀਦ ਦੀ ਗਰੰਟੀ, ਦੂਜਾ MSP 23 ਨਹੀਂ 36 ਫਸਲਾਂ ਦੀ, ਤੀਜਾ ਇਕੱਲੇ ਹਰਿਆਣੇ ਪੰਜਾਬ ਚ ਪੂਰੇ ਮੁਲਕ 'ਚ ਇਹ ਗਰੰਟੀ ਹੈ। ਇੱਕ ਸਵਾਲ ਹੈ, ਉਹਦੇ 3 ਪਾਰਟ ਨੇ ਜੀ। ਦੂਜਾ ਸਵਾਲ ਉਹਨਾਂ ਕੋਲ ਸਾਹਮਣੇ ਬਿਜਲੀ ਦਾ ਬਿੱਲ, ਉਹਦੇ ਵਿੱਚ ਕੈਸ਼ ਟ੍ਰਾਂਸਫਰ ਬੇਸਿਕਲੀ, ਜਿਹਨੂੰ DBT ਕਹਿੰਦੇ ਨੇ, ਡਾਇਰੈਕਟ ਬੈਨੀਫਿਟ ਟ੍ਰਾਂਸਫਰ ਜੀ। ਤੇ ਤੀਜਾ ਸਵਾਲ ਹੈ ਪਰਾਲੀ ਨੂੰ ਸਾਰਿਆਂ ਨੂੰ ਜੁਰਮ ਬਣਾਉਣਾ ਤੇ ਕ੍ਰਿਮੀਨਲ ਕਹਿਣਾ, ਇਹਨੂੰ ਫੌਜਦਾਰੀ ਕੇਸ ਬਣਾਉਣਾ। ਇਹ ਤਿੰਨਾਂ ਚੋਂ ਜਿਹੜਾ ਪਰਾਲੀ ਵਾਲਾ ਉਹ ਬੋਲਤਾ ਤੋਮਰ ਸਾਹਿਬ ਨੇ ਵੀ ਠੀਕ ਹੈ, ਉਹਨੂੰ ਅਸੀਂ ਫੌਜਦਾਰੀ ਨਹੀਂ ਰੱਖਾਂਗੇ। ਬਿਜਲੀ ਬਿੱਲ ਤੇ ਪਹਿਲਾਂ ਹੀ ਗੱਲਬਾਤ ਹੋ ਗਈ ਸੀ, ਚੰਗਾ ਜੀ ਅਸੀਂ ਇਹ ਨਹੀਂ ਕਰਾਂਗੇ। ਉਹ ਸਰਕਾਰ ਨੂੰ ਮੈਨੂੰ ਲੱਗਦਾ ਨਹੀਂ ਵੀ ਕਰਨੀ, ਵੱਡੀ ਗੱਲ ਨਹੀਂ ਕਰਨਾ ਹੋਵੇ। ਹੁਣ ਲੱਗਾ ਇਹ MSP ਵਾਲਾ, MSP ਤੇ ਕਿਸਾਨਾਂ ਨੇ ਵੀ ਥੋੜਾ ਜਿਹਾ ਔਰ ਜਾਇਜ਼ਾ ਹੋ ਇਹ ਰਾਹਤ ਦੇਣ ਦੀ ਕੋਸ਼ਿਸ਼ ਕਰੀ ਉਹਨਾਂ ਨੂੰ ਵੀ ਠੀਕ ਹੈ, ਜੇ ਇਹ ਕੋਈ ਸਾਡੇ ਹਿਸਾਬ ਨਾਲ ਕਮੇਟੀ ਬਣਾ ਦਿੰਦੇ ਨੇ, ਪਰ ਪਹਿਲਾਂ ਅਨਾਉਂਸ ਕਰਦੇ ਨੇ ਵੀ ਅਸੀਂ MSP ਤੇ ਗਰੰਟੀ ਕਰਾਂਗੇ ਪਰਚੇਜ਼ ਦੀ, ਕਾਨੂੰਨ ਲਿਆਵਾਂਗੇ ਜੀ। ਇਹ ਕਹਿ ਦਿੰਦੇ ਨੇ ਵੀ ਕਾਨੂੰਨ ਬਣਾਵਾਂਗੇ। ਉਹਦੇ ਵਾਸਤੇ ਕਾਨੂੰਨ ਕਿਹੋ ਜਿਹਾ ਹੋਵੇ, ਕਿਵੇਂ ਹੋਵੇ, ਅਸੀਂ ਕਮੇਟੀ ਬਣਾਉਂਦੇ ਆ। ਉਹ ਕਮੇਟੀ ਸਮਾਂ ਨਿਰਧਾਰਿਤ ਹੋਵੇ, ਵੀ ਇੰਨੇ ਸਮਾਂ ਸੀਮਾ ਹੋਵੇ ਉਹਦੀ। ਉਹ ਮੈਨੂੰ ਲੱਗਦਾ ਵੀ ਜੇ ਕਰ ਦੇਣਗੇ ਤਾਂ ਕਿਸਾਨ ਘੱਟੋ ਘੱਟ ਇਸ ਰੂਪ 'ਚ ਮੋਰਚਾ ਨਹੀਂ ਚਲਾਉਣਗੇ। ਉਹ ਸਟੇਟਾਂ ਦੇ ਵਿੱਚ ਹੋਰ ਚੀਜ਼ਾਂ ਨੇ 100 ਨੇ, ਉਹਦੇ ਵੱਲ ਨੂੰ ਜਾਣਗੇ। ਅਜੇ ਇਸ ਮਸਲੇ ਦਾ ਹੱਲ ਨਹੀਂ ਹੋਏ ਉਹਨਾਂ ਮਸਲੇ। ਸੋ ਸਟੇਟਾਂ ਨਾਲ ਜਿਹੜੇ ਮਸਲੇ ਨੇ ਕੇਂਦਰ ਨਾਲ ਟੈਂਪਰੇਰੀ ਤੌਰ ਤੇ ਹੱਲ ਹੋ ਗਏ, ਸਟੇਟਾਂ ਨਾਲ ਮਸਲੇ ਨੇ, ਉਹਨਾਂ ਸਟੇਟਾਂ ਦੇ ਮਸਲਿਆਂ 'ਚੋਂ ਕੀ ਕਰਨਗੇ? ਉਹਨਾਂ 'ਚ ਇੱਕ ਤਾਂ ਜਿਹੜਾ ਉਹਨਾਂ ਦਾ ਇਹੀ 3 ਕਾਨੂੰਨਾਂ ਬਾਰੇ ਮੂਲ ਮੁੱਦਾ ਸੀ ਜੀ, ਉਹ ਸਟੇਟਾਂ ਦੀ ਸਿਆਸਤ ਨੂੰ ਮਜਬੂਰ ਕਰਨਗੇ ਵੀ ਹੁਣ ਤੁਸੀਂ ਕੇਂਦਰ ਨੂੰ ਕਹੋ ਕਿ ਜਿਹੜੇ ਅਧਿਕਾਰ ਸਾਨੂੰ ਸੰਵਿਧਾਨ 'ਚ ਸੂਬੇ ਨੂੰ ਮਿਲੇ ਹੋਏ ਸੀ, ਉਹਨਾਂ ਤੇ ਤੁਸੀਂ ਮਾਰ ਲਿਆ ਡਾਕਾ, ਉਹਨਾਂ ਤੇ ਤੁਸੀਂ ਕਰਦਾ ਕਬਜ਼ਾ ਜੀ, ਅਸੀਂ ਉਹ ਕਬਜ਼ਾ ਛਡਾਉਣਾ ਹੈ। ਉਹ ਸਿਆਸੀ ਪਾਰਟੀਆਂ ਕਹਿਣਾ, ਕਿਸਾਨ ਆਪਦੇ ਸੂਬਿਆਂ 'ਚ ਉਹਨਾਂ ਪਾਰਟੀਆਂ ਨੂੰ, ਖਾਸ ਕਰਕੇ ਆਪੋਜੀਸ਼ਨ ਪਾਰਟੀਆਂ ਨੂੰ ਮਜਬੂਰ ਕਰੇਗਾ ਮੇਰੇ ਹਿਸਾਬ ਨਾਲ ਜੀ ਵੀ ਨਾ ਇਹ ਕਰੋ। ਔਰ ਉਹਨਾਂ ਨੇ ਕੁਛ ਕਿਤੇ ਹਿੰਟ ਵੀ ਆ ਰਹੇ ਨੇ ਵੀ ਹੁਣ ਅਸੀਂ ਸੂਬਿਆਂ ਵੱਲ ਰੁਖ ਕਰਾਂਗੇ। ਦੂਜਾ ਇਹ ਹੈ ਵੀ ਜੇ ਉਦੋਂ ਕੋਈ ਇਹੋ ਜਿਹਾ ਨਹੀਂ ਹੁੰਦਾ ਤਾਂ ਵੀ ਮੋਰਚਾ ਇਸ ਰੂਪ 'ਚ ਕਿਸਾਨ ਨਹੀਂ ਚਲਾਉਣਗੇ। ਜੇ ਚਲਾਉਣ ਦੀ ਕੋਸ਼ਿਸ਼ ਕਰੀ ਜਾਂਦੀ ਹੈ ਤਾਂ ਉਹਨਾਂ ਨੂੰ ਮੈਂ ਨਾ ਮੰਨੂ ਵਾਲੀ ਗੱਲ ਵੀ ਕਹਿ ਸਕਦੇ ਨੇ, ਕਿਉਂਕਿ ਆਪਾਂ ਸਾਰਿਆਂ ਦੀ ਰਾਏ ਲੈਣੀ ਹੁੰਦੀ ਹੈ। ਉਹਦੇ 'ਚ ਮੈਨੂੰ ਇੱਕ ਹਿੰਟ ਵੀ ਸਮਝੋ ਮੈਂ ਕਹਿ ਸਕਦਾ,
ਉਹ ਟਕੈਤ ਸਾਹਿਬ ਨੇ, ਅੰਮ੍ਰਿਤਸਰ ਸਾਹਿਬ, ਇਹ ਹਿੰਟ ਦੇ ਗਏ ਨੇ। ਉਹਨਾਂ ਨੇ ਕੀ ਕਿਹਾ, ਕਹਿੰਦੇ ਬਹੁਤ ਜ਼ਿਆਦਾ ਇਕੱਠ ਨਹੀਂ ਕਰਨਾ ਵਾ, ਪਰ ਮੋਰਚਾ ਖਾਲੀ ਵੀ ਨਹੀਂ ਛੋੜਨਾ। ਜਗ੍ਹਾ ਜਗ੍ਹਾ ਬੰਦੇ ਬਣਾਉਂਦੇ ਰੋਜ਼ ਰੈਗੂਲਰ ਹੋ, ਉਸ ਨਾਲ ਕੋਈ ਨਾ ਕੋਈ ਉਹਦਾ ਰੂਪ ਵੀ ਰਸਤੇ ਖੁੱਲੇ ਰਹਿਣ, ਲੋਕਾਂ ਨੂੰ ਬਹੁਤੀ ਤੰਗੀ ਵੀ ਨਾ ਹੋਵੇ ਤੇ ਲੋਕ ਉੱਥੇ ਚਰਦਾ ਵੀ ਰਹੇ, ਇਹੋ ਜਿਹਾ ਕੋਈ ਹੋ ਰੂਪ। ਉਹ ਤਾਂ ਕਿਸਾਨੀ ਲੀਡਰਸ਼ਿਪ ਹੀ ਸੋਚੇਗੀ ਕੀ ਹੈ, ਸੰਯੁਕਤ ਕਿਸਾਨ ਮੋਰਚਾ ਸੋਚੇਗਾ। ਪਰ ਜਿੰਨੇ ਤੁਸੀਂ ਉਗਰਾਹਾਂ ਸਾਹਿਬ ਦਾ ਸੁਣ ਲਓ, ਤੁਸੀਂ ਰਾਜੇਵਾਲ ਸਾਹਿਬ ਦਾ ਸੁਣ ਲਓ, ਡਾਕਟਰ ਦਰਸ਼ਨਪਾਲ ਦਾ ਸੁਣ ਲਓ, ਡੱਲੇਵਾਲ ਸਾਹਿਬ ਦਾ ਸੁਣ ਲਓ। ਡੱਲੇਵਾਲ ਸਾਹਿਬ ਨੇ ਤਾਂ ਖੈਰ ਕਹਿਤਾ ਵੀ ਜਿੰਨਾ ਚਿਰ MSP ਹੁੰਦੀ ਨਹੀਂ ਅਸੀਂ ਵਾਪਸ ਨਹੀਂ ਹੁੰਦੀ, ਸਾਡੀ ਜਥੇਬੰਦੀ, ਉਹਨਾਂ ਨੇ ਕਿਹਾ। ਪਰ ਮੈਨੂੰ ਲੱਗਦਾ ਨਹੀਂ ਵੀ ਠੀਕ ਹੈ, ਇਮੋਸ਼ਨਲ ਹੋ ਕੇ ਬਿਆਨ ਕਦੀ ਵੀ ਦਿੱਤੇ ਜਾਂਦੇ ਨੇ। ਡੱਲੇਵਾਲ ਸਾਹਿਬ ਵੀ ਬੜੇ ਸਿਆਣੇ ਲੀਡਰ ਨੇ, MA ਪਾਸ ਨੇ, ਉਹ ਵੀ ਸੰਯੁਕਤ ਕਿਸਾਨ ਮੋਰਚੇ ਚੋਂ ਬਾਹਰ ਨਹੀਂ ਜਾਣਗੇ ਇਸ ਮਾਮਲੇ 'ਚ। ਹਾਂ, ਸਹਿਮਤੀ ਹੋ ਕੇ ਜੇ ਹੋ ਜੇ ਵੀ ਯਾਰ MSP ਬੜੀ ਵੱਡੀ ਗੱਲ ਹੈ, ਇਹ ਤਾਂ ਕਹਿਣਾ ਡੱਲੇਵਾਲ ਸਾਹਿਬ ਦਾ ਵੀ ਜ਼ਰੂਰੀ ਸੀ, ਸਭ ਦਾ ਹੀ ਆਪਾਂ ਵੀ ਕਹਿੰਦੇ ਹਾਂ ਵੀ ਭਾਈ ਦੇਖੋ, ਜੇ ਬਾਕੀ ਮੁਲਕਾਂ 3 ਕਾਨੂੰਨਾਂ ਦਾ ਤਾਂ ਜ਼ਿਆਦਾ ਦੁੱਖ ਸਾਨੂੰ ਲੱਗ ਰਿਹਾ ਸੀ, ਕਿਉਂਕਿ ਕਈਆਂ ਨੂੰ ਤਾਂ ਮਿਲਦੇ ਹੀ ਨਹੀਂ ਸੀ, ਉਹਦਾ ਹੋ ਗਿਆ ਵਾਪਸ। ਹੁਣ ਜਿਹੜਾ MSP ਦਾ, ਉਹਦਾ ਗੇਨ ਤਾਂ ਦੂਜਿਆਂ ਨੂੰ ਜ਼ਿਆਦਾ ਹੋਣਾ ਹੈ, ਹਾਲਾਂਕਿ ਸਾਨੂੰ ਬਹੁਤ ਹੋਣਾ, ਕਿਸੇ ਨੂੰ ਪਤਾ ਨਹੀਂ ਹੈ। ਸਾਡੇ ਫਲਸਲੀ ਵਿਭਿੰਨਤਾ ਹੋਰ ਸਾਰਾ ਕੁਝ ਕਰ ਸਕਦੇ ਹਾਂ ਅਸੀਂ। ਸੋ ਇਸ ਕਰਕੇ ਇਹ ਕਹਿਣਾ ਕਿ ਅਸੀਂ ਤੁਹਾਡੇ ਨਾਲ ਹੈ ਤਾਂ ਜ਼ਰੂਰੀ ਹੈ, ਪਰ ਰਹੇਗਾ ਵੀ ਕਿਸਾਨ ਮੋਰਚਾ। ਕੋਈ ਐ ਨਹੀਂ ਵੀ ਇਕੱਲਾ ਕਹਿ ਰਿਹਾ, ਇਹ ਕੋਈ ਸਿਆਸਤਦਾਨ ਵਾਲੇ ਬਿਆਨ ਨਹੀਂ, ਪਰ ਇਹਦਾ ਰੂਪ ਜੇ ਉਹਨਾਂ ਨੇ ਕਮੇਟੀ ਬਣਾਤੀ ਜਿਹੜੀ ਕਿ ਬਣਾਉਣੀ ਚਾਹੀਦੀ ਹੈ, ਤਾਂ ਮੈਨੂੰ ਲੱਗਦਾ ਵੀ ਕਮੇਟੀ ਬਣਾਉਣਗੇ। ਰੇਲ ਕਾ ਇਸ ਗੱਲ ਦੇ ਉੱਤੇ ਪਏਗਾ ਹੁਣ ਵੀ ਇਹ ਕਮੇਟੀ ਕਿਹੋ ਜਿਹੀ ਹੋਵੇ, ਇਹਦੀਆਂ ਟਰਮ ਔਰ ਰੈਫਰੈਂਸ ਕੀ ਹੋਣ, ਕੌਣ ਹੋਵੇ, ਇਹਦੇ 'ਚ ਬੰਦੇ ਕੌਣ ਹੋਣ, ਠੀਕ ਹੈ, ਇਹ ਮੁੱਦੇ ਕਿਹੜੇ ਤੈਅ ਕਰੇ, ਇਹਦਾ ਪ੍ਰੋਸੀਜਰ ਕੀ ਹੋਵੇ, ਇੱਕ ਤਾਂ ਇਹ ਪਏਗਾ। ਦੂਜਾ ਇਸ ਗੱਲ ਦੇ ਉੱਤੇ ਵੀ ਰੇਡ ਕਰ ਰਹੇਗਾ, ਜੇ ਤਾਂ ਕਹਿ ਦਿੰਦੇ ਵੀ ਠੀਕ ਹੈ ਜੀ ਗਰੰਟੀ ਕਾਨੂੰਨ ਦੇ ਉੱਤੇ ਅਸੀਂ ਕਮੇਟੀ ਬਣਾ ਰਹੇ ਹਾਂ, ਜੋ ਕਮੇਟੀ ਕਹੇਗੀ ਅਸੀਂ ਉਹ ਕਰਾਂਗੇ, ਅੱਜ ਨਹੀਂ ਅਸੀਂ ਕੁਝ ਕਹਿ ਸਕਦੇ। ਇੱਥੇ ਤਾਂ ਸ਼ਾਇਦ ਕਿਸਾਨ ਕੰਪਰੋਮਾਈਜ਼ ਕਰ ਲੈਣ ਜੀ, ਪਰ ਜੇ ਉਹ ਬਿਲਕੁਲ ਹੀ ਕਮੇਟੀ ਦੇ ਉੱਤੇ ਵੀ ਆਪਦੀ ਮਰਜ਼ੀ ਕਰਦੇ ਨੇ, ਜਿਵੇਂ ਪਹਿਲਾਂ ਸੁਪਰੀਮ ਕੋਰਟ 'ਚ ਕਮੇਟੀ ਕਰਾਈ ਸੀ, ਉਹ ਕਈ ਮੈਨੂੰ ਕਹਿਣ ਵੀ ਦੇਖੋ ਜੀ ਉਹਨਾਂ ਨੇ ਕਹਿਤਾ ਇੱਕ ਮੈਂਬਰ ਨੇ ਵੀ ਸੁਪਰੀਮ ਕੋਰਟ ਦੇ 'ਚ ਕਮੇਟੀ ਦੀ ਰਿਪੋਰਟ ਕਿਉਂ ਨਹੀਂ ਉਜਾਗਰ ਕਰਦੇ, ਇਹ ਕਿਸਾਨਾਂ ਨੂੰ ਉਹ ਕਰਾਉਣ ਦੀ ਮੰਗ ਕਰਨੀ ਹੈ। ਮੈਂ ਕਿਸਾਨਾਂ ਨੇ ਕਾਹਦੀ ਮੰਗ ਕਰਨੀ, ਉਹ ਕਮੇਟੀ ਤਾਂ ਉਹਨਾਂ ਦੀ ਸੀ, ਆ ਹੁਣ ਸਾਹਮਣੇ ਆ ਗਿਆ, ਹੁਣ ਉਹ ਸਾਹਮਣੇ ਆ ਗਿਆ ਵੀ ਉਹਨਾਂ ਦੀ ਕਮੇਟੀ 'ਚ ਜੋ ਕੁਝ ਲਿਖਿਆ ਸੀ ਉਹਨੇ ਆਪ ਹੀ ਦੱਸਤਾ। ਸੋ ਇਸ ਕਰਕੇ ਹੁਣ ਆਪਾਂ ਜੇ ਇਸ ਗੱਲ ਨੂੰ ਸਮੇਟਣਾ ਵੀ ਹੋਵੇ ਤਾਂ ਇਹ ਹੈ ਕਿ ਕਿਸਾਨ ਮੋਰਚਾ MSP ਦੇ ਮਾਮਲੇ ਦੇ ਉੱਤੇ ਲੋਕ ਸਭਾ ਦੇ ਵਿੱਚ ਕੀ ਫੈਸਲਾ ਹੁੰਦਾ ਹੈ, ਜਾਂ ਸਟੇਟਮੈਂਟ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ, ਜਾਂ ਸਰਕਾਰ ਐਗਜ਼ੈਕਟਿਵ ਤੌਰ 'ਤੇ ਯਾਨੀ ਕਿ ਕੌਂਸਲ ਆਫ ਮਿਨਿਸਟਰਸ, ਕੌਂਸਲ ਮਿਨਿਸਟਰ ਦਾ ਮਤਲਬ ਤਾਂ ਸਿੱਧਾ ਹੀ ਹੈ ਪ੍ਰਧਾਨ ਮੰਤਰੀ ਮੋਦੀ, ਉਹ ਕੀ ਫੈਸਲਾ ਕਰਦੇ ਨੇ, ਉਹਦੇ ਉੱਤੇ ਜਾ ਕੇ ਮੋਰਚੇ ਦਾ ਬਾਕੀ ਵੀ ਇਹਦਾ ਰੂਪ ਰੰਗ ਕੀ ਹੋਊਗਾ, ਕਿਵੇਂ ਹੋਊਗਾ। ਪਰ ਇਸ ਰੂਪ 'ਚ, ਜਿਸ ਰੂਪ 'ਚ ਮੋਰਚਾ ਚੱਲ ਰਿਹਾ ਹੈ, ਮੈਨੂੰ ਬਜਾਤੇ ਖੁਦ ਨਹੀਂ ਲੱਗਦਾ, ਬਾਕੀ ਤਾਂ ਕਿਸਾਨੀ ਲੀਡਰਸ਼ਿਪ ਦੇਖੇਗੀ ਵੀ ਇਸੇ ਤਰ੍ਹਾਂ ਹੀ ਚੱਲੇਗਾ, ਕਿਉਂਕਿ ਇਹਦੇ ਨਾਲ ਪੂਰੇ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਜਿਹੜੀ ਸਾਡੀ ਤਾਕਤ ਹੈ, ਆਮ ਤੌਰ ਤੇ ਇਹ ਵੀ ਹੁੰਦਾ ਹੈ ਵੀ ਜਦ ਤੁਸੀਂ ਇੱਕ ਚੀਜ਼ ਪੜਾਅ ਜਿੱਤਦੇ ਹੋ ਮੇਜਰ, ਉਹਨੂੰ ਹਾਰ 'ਚ ਵੀ ਨਹੀਂ ਬਦਲਣਾ ਚਾਹੁੰਦੇ ਹੁੰਦੇ ਅਸੀਂ। ਇਹ ਜਿੱਤ ਦੀ ਜੇ ਅਸੀਂ ਖੁਸ਼ੀ ਮਨਾਈ ਹੈ, ਇਹ ਜਿੱਤ ਸੱਚੀ ਮੁੱਚੀ ਲੋਕਾਂ ਦੇ ਸਾਹਮਣੇ ਰਹੇ। ਤੇ ਪਰ ਜੇ ਮੋਰਚਾ ਅਸੀਂ ਛੱਡ ਦਿੰਦੇ ਹਾਂ, ਇੱਕ ਸਵਾਲ ਕੋਈ ਕਹਿ ਸਕਦਾ ਵੀ ਜੇ ਫਿਰ ਛੱਡੋ ਕੀ ਲੈਣਾ ਹੈ, ਸੂਬਿਆਂ 'ਚ ਕਰੀ ਜਾਓ ਜਾਂ ਕੁਝ ਕਰੋ, ਜੇ ਰੂਪ ਉਹਦਾ ਇਹ ਹੋਏਗਾ ਵੀ ਮੁੜ ਕੇ ਸਤਰਕ ਰਹਿਣਾ ਤਾਂ ਜ਼ਰੂਰੀ ਹੈ। ਅਸੀਂ ਆਪਣੀ ਧਰਤੀ ਤੇ ਕਬਜ਼ਾ ਤਾਂ ਕਰ ਲਿਆ, ਉੱਥੇ ਪਹਿਲਾਂ ਛੱਡਤਾ, ਉਹ ਫਿਰ ਸਾਡਾ ਜਿਹੜਾ ਹੈਗਾ ਪਹਿਲਾ ਲਾਜ਼ਮੀ ਹੈ। ਅੱਛਾ, ਹੁਣ ਇਹਦੇ 'ਚ ਆਖਰੀ ਸਵਾਲ ਜਿਹੜਾ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹੈ ਕਿ 2014 ਤੋਂ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਸਾਹਿਬ ਰੈਲੀਆਂ ਕਰਦੇ ਸੀ, ਉਦੋਂ ਸਵਾਮੀਨਾਥਨ ਤੇ ਉਹਨਾਂ ਦੀ ਰਿਪੋਰਟ ਦਾ ਅਕਸਰ ਜ਼ਿਕਰ ਕਰਿਆ ਕਰਦੇ ਸੀ। ਜਦੋਂ ਸਮੁੱਚੇ ਭਾਰਤ ਦੇ ਮੁੱਖ ਮੰਤਰੀਆਂ ਦੀ ਇੱਕ ਕਮੇਟੀ ਸੀ ਤੇ ਉਹਦੇ ਚੇਅਰਮੈਨ ਸੀ, ਉਦੋਂ ਵੀ ਜ਼ਿਕਰ ਕਰਦੇ ਹੁੰਦੇ ਸੀ ਕਿ MSP ਤਾਂ ਮਿਲਣੀ ਚਾਹੀਦੀ ਹੈ। ਹੁਣ ਇਹਨਾਂ ਕੋਲੋਂ ਤਾਕਤ ਹੈ, ਕਿਉਂਕਿ ਪਹਿਲਾਂ ਤਾਂ ਮੰਗ ਕਰਦੇ ਸੀ ਮੁੱਖ ਮੰਤਰੀ ਹੋਣ ਦੇ ਨਾਤੇ, ਫਿਰ ਕਹਿੰਦੇ ਰਹੇ ਕਿ 14 ਸਾਡੀ ਸਰਕਾਰ ਬਣਾ, 14 'ਚ ਵੀ ਬਣ ਗਈ, 19 'ਚ ਵੀ ਬਣ ਗਈ, ਹੁਣ ਤੱਕ ਮੌਕਾ ਬਹੁਤ ਵਧੀਆ ਤੇ ਮੰਗ ਵੀ ਹੈ। ਤੁਹਾਨੂੰ ਲੱਗਦਾ ਹੈ ਕਿ ਜੇ ਸਵਾਮੀਨਾਥਨ ਕਮਿਸ਼ਨ ਦਾ ਜ਼ਿਕਰ ਕਰਦੇ ਰਿਹਾ, ਰਿਪੋਰਟ ਦਾ ਜ਼ਿਕਰ ਕਰਦੇ ਰਿਹਾ, ਤਾਂ ਫਿਰ ਬਾਹਲੀਆਂ ਕਮੇਟੀਆਂ ਦੀ ਵੀ ਲੋੜ ਨਹੀਂ ਸੀ ਜੀ? ਨਹੀਂ, ਮੈਨੂੰ ਨਹੀਂ ਇਹ ਬਿਲਕੁਲ ਯਕੀਨ। ਪਹਿਲੀ ਗੱਲ ਇਹ ਹੈ ਵੀ ਇਹ ਇਕੱਲਾ ਇਹੀ ਨਹੀਂ ਸੀ ਵੀ ਜ਼ਿਕਰ ਕਰਦੇ ਸੀ, ਇਹਨਾਂ ਨੇ MSP ਬਾਰੇ ਰਿਟਨ ਰਿਪੋਰਟ ਆ ਕਿ MSP ਦੇਣੀ ਚਾਹੀਦੀ ਹੈ, ਕਿਉਂਕਿ ਚੇਅਰਮੈਨ ਸੀਗੇ ਖੁਦ, ਇਹ ਤਾਂ ਕਹਿੰਦੇ ਹੁੰਦੇ ਸੀ, ਇਹ ਖੁਦ ਚੇਅਰਮੈਨ ਸੀ। ਨਹੀਂ, ਇਹਨਾਂ ਨੇ ਲਿਖ ਕੇ ਰਿਪੋਰਟ ਦਾ ਪਾਰਟ ਹੈ, ਇੱਕ ਤਾਂ ਕਹਿਣਾ ਹੈ ਕਮੇਟੀ 'ਚ ਰਾਏ ਦੇਣੀ ਹੈ, ਚਾਹੇ ਚੇਅਰਮੈਨ ਵੀ ਰਾਏ, ਇੱਕ ਹੈਗਾ ਲਿਖ ਦੇਣਾ ਨਾ, ਜਿਹੜੀ ਰਿਕਮੈਂਡੇਸ਼ਨ ਹੈ ਕਮੇਟੀ ਦੀ, ਰਿਕਮੈਂਡੇਸ਼ਨ ਦਾ ਮਤਲਬ ਉਹ ਚੇਅਰਮੈਨ ਮੋਦੀ ਸਾਹਿਬ ਸੀਗੇ। ਸੋ ਇਸ ਤੋਂ ਕਿਵੇਂ ਭੱਜਣਗੇ ਵੀ ਉਦੋਂ ਕਿਵੇਂ ਕਰਤੀ ਫਿਰ, ਉਦੋਂ ਗਲਤ ਸੀ ਜਾਂ ਹੁਣ ਗਲਤ ਹੋ, ਇੱਕ ਤਾਂ ਗਲਤ ਤੁਹਾਡੀ ਗਲਤ ਹੋਏਗੀ। ਸੋ ਇਹ ਪਰ ਇਹਨਾਂ ਦਾ ਕੀ ਹੈ, ਇਹਨਾਂ ਨੇ ਤਾਂ ਉੱਥੇ ਕਹਿਤਾ ਸਵਾਮੀਨਾਥਨ ਕਮਿਸ਼ਨ ਅਸੀਂ ਲਾਗੂ ਨਹੀਂ ਕਰ ਸਕਦੇ, ਇਹਨਾਂ ਨੇ ਕਹਿਤਾ ਕਾਨੂੰਨਾਂ ਦੇ ਉੱਤੇ ਫਿਰ ਵਾਪਸ ਵੀ ਲੈ ਲਏ। ਸੋ ਇਹ ਆਪਾਂ ਭਲੇਖਾ ਨਾ ਰੱਖੀਏ ਵੀ ਕਿ ਇਹਨਾਂ ਦਾ ਕੋਈ ਪਤਾ ਨਹੀਂ, ਕਹਿਣੀ ਕਥਨੀ ਇਹਨਾਂ ਦੀ ਬਦਲਦੀ ਰਹਿੰਦੀ ਹੈ। ਪਰ ਇੱਕ ਗੱਲ ਪੱਕੀ ਹੈ, ਉਹ ਇਹ ਹੈ ਕਿ ਜਿਹੜੀ ਸੂਚਨਾ ਉਹ ਦੇ ਰਹੇ ਨੇ MSP ਤੇ, ਸਾਡੇ ਕਿਸਾਨਾਂ ਨੂੰ ਹੁਣ ਉਹ ਸਟੱਡੀ ਕਰਨੀ ਚਾਹੀਦੀ ਹੈ।
ਉਹਦੀ ਲੋੜ ਹੈ। ਉਹ ਕਹਿੰਦੇ ਨੇ, ਇੱਕ ਲਾਈਨ 'ਚ ਮੈਂ ਖਤਮ ਕਰਾਂਗਾ ਗੱਲ ਕਿਉਂਕਿ ਲੰਬਾ ਨਾ ਕਰੀਏ ਆਪਾਂ ਇਸ ਨੂੰ। ਉਹ ਇਹ ਕਹਿ ਰਹੇ ਨੇ ਕਿ ਜੀ 17 ਲੱਖ ਕਰੋੜ ਰੁਪਈਆ ਚਾਹੀਦਾ ਜੇ ਅਸੀਂ MSP ਦਿੰਦੇ ਹਾਂ। ਅੱਛਾ, ਇਹ ਇਹ ਸਰਕਾਰ ਦਾ ਵਰਸ਼ਨ ਹੈ। 34 ਲੱਖ ਕਰੋੜ ਦਾ ਸਾਡਾ ਸਾਰਾ ਟੋਟਲ ਬਜਟ ਹੈ। ਇਹ ਹਰ ਸਾਲ 17 ਲੱਖ ਕਰੋੜ ਕਿੱਥੋਂ ਵੱਧਦਾ, ਤਾਂ ਬਜਟ ਹੀ ਖਾ ਗਿਆ। ਹੁਣ ਇਹ 'ਚ ਝੋਲ ਕਿੱਥੇ ਹੈ ਜੀ, ਲੁਕੋ ਕਿੱਥੇ ਹੈ? ਮੰਨ ਲਓ ਅੱਜ MSP ਨਹੀਂ ਮਿਲਦੀ ਤੇ ਬਿਹਾਰ 'ਚ ਕਣਕ 1000 ਰੁਪਏ 1200 ਨੂੰ ਤਾਂ ਵਿਕੀ ਰਹੀ ਹੈ। ਮਹਾਰਾਸ਼ਟਰ 'ਚ ਵੀ ਵਿਕ ਰਹੀ ਹੈ। ਸੋ ਇਹਦਾ ਮਤਲਬ ਇਹ ਹੋਇਆ ਵੀ ਜਿਹੜੀ ਟੋਟਲ ਪਰਚੇਜ ਤੁਹਾਡਾ 17 ਲੱਖ ਕਰੋੜ ਲੱਗਣਾ ਹੈ, ਉਹ 'ਚੋਂ 12 ਲੱਖ ਕਰੋੜ ਦਾ ਤਾਂ ਮਾਲ ਵੈਸੇ ਹੀ ਮਾਰਕੀਟ 'ਚ ਉਹ ਤੁਸੀਂ ਕਿਵੇਂ ਕਹੀ ਜਾਣੋ, ਉਹ ਤਾਂ 12 ਲੱਖ ਕਰੋੜ ਜਦ ਮਰਜ਼ੀ ਵੱਟ ਲਓ। ਡਾਕਟਰ ਸਾਹਿਬ, ਇੱਕ ਦਿਨ ਪਿਛਲੇ ਦਿਨ ਮੈਂ ਵੀ ਉਦਾਹਰਨ ਦਿੱਤੀ ਸੀ ਕਿ ਮੰਨ ਲਓ ਮੈਂ ਕਿਸੇ ਨੂੰ ਚੀਜ਼ ਦੇ ਰਿਹਾ, ਹਾਂਜੀ, ਚੀਜ਼ ਹੈ ਉਹ 10 ਰੁਪਏ ਦੀ, ਹਾਂਜੀ, ਮੈਂ ਤੁਹਾਨੂੰ ਵੇਚੀ ਹੈ, ਹਾਂਜੀ, ਪਰ ਮਾਰਕੀਟ ਦੇ ਵਿੱਚ ਆਪਾਂ ਦੇਖ ਲਓ ਕਿ ਕਣਕ 2000 ਨੂੰ ਵੇਚ ਕੇ ਆਟਾ ਕਿੰਨੇ ਨੂੰ ਮਿਲਦਾ ਹੈ, ਮੱਕੀ ਕਿੰਨੇ ਨੂੰ ਵੇਚ ਕੇ ਕਿੰਨੇ ਦੀ ਮਿਲਦੀ ਹੈ ਆਟਾ ਉਹਦਾ। ਕਿ ਇਹਦਾ ਮਤਲਬ ਇਹ ਥੋੜੀ ਹੈ ਕਿ ਕਿਸਾਨਾਂ ਨੂੰ ਕੁਝ ਦੇਣਾ ਹੀ ਨਹੀਂ। ਕਿਸਾਨ ਆਲਰੇਡੀ ਉਹਨਾਂ ਨੂੰ ਜਿਣਸ ਦੇਣਗੇ ਤੇ ਉਹ ਮਹਿੰਗੇ ਭਾਅ ਤੇ ਅੱਗੇ ਵੀ ਵਿਕਣੀ ਹੈ, ਜਾਂ ਤਾਂ ਕੁਝ ਦੇਣਾ ਹੀ ਨਾ ਹੋਵੇ। ਐਗਜ਼ੈਕਟਲੀ, ਇੱਕ ਤਾਂ ਇਹ ਹੈ। ਦੂਜਾ ਆ ਬਜਟ ਪਿਆ ਸਾਹਮਣੇ ਇਸ ਸਾਲ ਦਾ, ਜੀ, ਉਹਦੇ 'ਚ ਲਿਖਿਆ ਵੀ ਪਿਛਲੇ ਸਾਲ ਜਿਹੜਾ FCI ਨੂੰ ਬਜਟ ਦਿੱਤਾ ਸੀ PDS ਸਿਸਟਮ ਵਾਸਤੇ, ਜਨਤਕ ਵੰਡ ਪ੍ਰਣਾਲੀ ਵਾਸਤੇ, ਉਹ 4,24,000 ਕਰੋੜ ਸੀ ਜੀ। ਜੇ 12-13 ਹਜ਼ਾਰ ਕਰੋੜ ਤਾਂ ਵੈਸੇ ਇਹਦਾ ਮੁੱਲ ਬਣ ਗਿਆ। 4,24,000 ਕਰੋੜ ਦੇ ਵਿੱਚ ਤੁਸੀਂ ਆਲਮੋਸਟ ਮੁਫਤ ਮੰਗੇ ਅਨਾਜ ਦੇ ਹੁਣ 2-3 ਰੁਪਏ ਕਿਲੋ, ਉਹਦੇ 'ਚ ਲਾ ਲਓ 3 ਲੱਖ ਕਰੋੜ ਉਹ ਵੀ ਹੈਗਾ ਜੀ, ਤੁਸੀਂ ਸਬਸਿਡੀ ਦੇਣੀ ਹੈ। 15 ਲੱਖ ਤਾਂ ਇਹੀ ਹੋ ਗਿਆ, ਫਿਰ 2 ਲੱਖ ਹੀ ਹੋਰ ਦੇਣਾ ਪਿਆ। ਹਾਂ, ਤੁਸੀਂ ਗੁੰਮਰਾਹ ਕਿਉਂ ਕਰ ਰਹੇ ਹੋ? 17 ਲੱਖ ਕਿਵੇਂ ਕਹਿੰਦੇ ਹੋ? ਕਿਸਾਨਾਂ ਨੂੰ ਤੁਸੀਂ 2 ਲੱਖ ਦੇਣਾ ਪੂਰੇ ਭਾਰਤ ਦਿਆਂ ਨੂੰ, ਪੂਰੀਆਂ ਸਾਰੀ MSP ਗਰੰਟੀ ਕਰਕੇ, ਤੇ 6 ਲੱਖ ਕਰੋੜ ਹਰ ਸਾਲ ਤੁਸੀਂ ਜਿਹੜੇ ਵੱਡੇ ਕਾਰਪੋਰੇਟ ਨੇ ਉਹਨਾਂ ਨੂੰ ਐਕਸਾਈਜ਼ ਡਿਊਟੀ 'ਚ, ਉਹਨਾਂ ਨੂੰ ਫੋਰਨ ਐਕਸਚੇਂਜ ਦੇ ਵਿੱਚ ਬੱਟੇ ਖਾਤੇ ਪਾ ਦਿੰਦੇ ਜੀ। ਨਾ ਜੀ ਨਾ, ਬੱਟੇ ਖਾਤੇ ਬਣਾਉਣ ਵਾਲਾ ਹੋਰ ਉਹ ਮਾਫ ਕਰ ਦਿਓ। ਦੂਜਾ ਐਤਕੀ ਕਾਰਪੋਰੇਟ ਟੈਕਸ 30% ਕੋਲ ਕੇ 25% ਕਰਤਾ। ਸੋ ਤੁਸੀਂ ਜਿਹੜਾ ਵੱਡੇ ਕਾਰਪੋਰੇਟ ਨੇ ਉਹਨਾਂ ਨੂੰ ਤੁਸੀਂ ਐਕਸਾਈਜ਼ ਡਿਊਟੀ ਮਾਫ ਕਰੀ ਹੋਈ ਹੈ, ਟੈਕਸ ਵੀ ਮਾਫ ਕਰਤਾ, ਉਦੋਂ ਅੱਗੇ ਉਹਨਾਂ ਦੇ ਕਰਜ਼ੇ ਨੂੰ ਵੱਟੇ ਖਾਤੇ ਪਾ ਰਹੇ ਹੋ। ਸੋ ਇਹ 3 ਗੱਲਾਂ ਦੇ ਰਹੇ ਹੋ। ਕਿਸਾਨ ਨੂੰ ਤੁਸੀਂ ਕਰਜ਼ਾ, ਕਿਸਾਨਾਂ ਜਿਵੇਂ ਕਰਜ਼ਾ ਕਿੰਨਾ ਹੈ? ਪੂਰੇ ਭਾਰਤ ਦੇ ਕਿਸਾਨਾਂ ਜਿਵੇਂ 4 ਲੱਖ ਕਰੋੜ ਹੈ, ਉਹ ਤਾਂ 1 ਸਾਲ ਜਿੰਨਾ ਬਣਦਾ ਹੈ। ਉਹ ਵੀ ਨਹੀਂ, ਪੰਜਾਬ 'ਚ ਸਭ ਤੋਂ ਜ਼ਿਆਦਾ ਹੈ, 90,000 ਕਰੋੜ ਹੈ। ਸੋ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਨਹੀਂ ਮਾਫ ਕਰ ਰਹੇ। ਸੋ ਜਿਹੜੀ ਕਿਸਾਨ ਫਸਲ ਦੇ ਰਹੇ, ਇੱਕ ਗੱਲ ਮੈਂ ਹੋਰ ਜਿਹੜੀ ਇਹਦੇ 'ਚ ਵੱਡੀ ਹੈ, ਕੋਈ ਨਹੀਂ ਦੱਸਦਾ, ਉਹ ਜਿਹੜੀ ਐਗਰੀਕਲਚਰ ਪ੍ਰਾਈਸ ਕਮਿਸ਼ਨ, ਕਾਸਟ ਕਮਿਸ਼ਨ ਹੈ ਇੰਡੀਆ ਦਾ, ਉਹ ਤੈਅ ਕਰਦਾ MSP। ਉਹਨੇ ਜਿਹੜੇ ਫਾਰਮੂਲੇ ਕਹੇ ਨੇ ਵੀ ਕਿਵੇਂ ਤੈਅ ਕਰਨਾ, ਕਹਿੰਦਾ ਮੈਂ ਇਹ ਤੈਅ ਕਰਦਾ ਵੀ ਇਹ ਕਿੰਨੀ ਪੈਦਾ ਹੋਈ ਹੈ, ਇਹ ਮੰਡੀ 'ਚ ਕਿੰਨੀ ਚਾਹੀਦੀ ਹੈ, ਇਹ ਲੋਕਾਂ ਨੂੰ ਕਿੰਨੀ ਚਾਹੀਦੀ ਹੈ, ਇਹ ਲੋਕਾਂ ਨੂੰ ਬਹੁਤੀ ਮਹਿੰਗੀ ਤਾਂ ਨਹੀਂ ਮਿਲੂਗੀ, ਲੋਕਾਂ ਦੀ ਪਹੁੰਚ, ਲੋਕਾਂ ਨੂੰ ਬਹੁਤੀ ਮਹਿੰਗੀ ਤਾਂ ਨਹੀਂ ਮਿਲੂਗੀ, ਲੋਕਾਂ ਦੀ ਪਹੁੰਚ 'ਚ ਹੋ ਜੂਗੀ, ਸਰਕਾਰ PDS ਸਿਸਟਮ ਨੂੰ ਲਾਗੂ ਕਰ ਸਕੂਗੀ। ਇਹਨਾਂ ਨੂੰ ਸੋਚ ਕੇ ਜੇ ਭਾਅ ਤੈਅ ਕਰਨੇ ਨੇ, ਮਤਲਬ PDS ਕਿਸਾਨੀ ਦੇਵੇ। ਦਵਾਈਆਂ ਬਣਾਉਂਦਾ ਹੈ, ਜ਼ਰੂਰੀ ਦਵਾਈਆਂ ਦੇ ਉੱਤੇ ਵੀ ਲਿਖਤਾ ਵੀ ਤੁਸੀਂ ਜਿੰਨਾ ਤੁਹਾਡਾ ਖਰਚਾ ਬਣਦਾ ਦਵਾਈ ਦਾ, ਉਹਦਾ 100% ਵੱਧ ਲੈ ਸਕਦੇ ਹੋ। 1 ਰੁਪਏ ਨੂੰ 2 ਰੁਪਏ 'ਚ ਚਲਿਆ ਵੀ ਵੇਚ ਸਕਦੇ ਹੋ। ਦਵਾਈ ਵੀ ਤਾਂ ਜ਼ਰੂਰੀ ਹੈ, ਬੰਦੇ ਨੂੰ ਬਚਾਉਣ ਦਾ। ਕਰੋਨਾ 'ਚ ਆਪਾਂ ਦੇਖਿਆ ਹੀ ਹੈ। ਤੁਸੀਂ ਛੱਡੋ ਬਲੈਕ, ਤੁਸੀਂ ਤੈਅ ਕਰਤਾ ਵੀ ਤੂੰ 1 ਰੁਪਏ 2 ਰੁਪਏ ਤਾਂ ਲੈ ਲੈ, ਇੱਥੇ ਤੁਸੀਂ ਕਹਿੰਦੇ ਦੇਣੇ ਨਹੀਂ। ਤੁਸੀਂ ਦੇਖਣਾ ਵੀ ਉਹ ਗਰੀਬ ਨੂੰ ਕਿਵੇਂ ਰੋਟੀ ਮਿਲੇ। ਗਰੀਬ ਨੂੰ ਰੋਟੀ ਦੇਣ ਦਾ ਕੰਮ ਸਰਕਾਰ ਦਾ, ਨਾ ਕਿ ਕਿਸਾਨ ਦਾ। ਕਿਸਾਨ ਨੂੰ ਭੁੱਖੇ ਮਾਰ ਕੇ ਜਾਂ ਮਜ਼ਦੂਰ ਖੇਤ ਮਜ਼ਦੂਰ ਨੂੰ ਭੁੱਖੇ ਮਾਰ ਕੇ ਤੁਸੀਂ ਦੂਜੇ ਬੰਦੇ ਨੂੰ ਦਿੰਦੇ ਹੋ, ਇਹ ਤਾਂ ਬੜਾ ਸੌਖਾ। ਕਹਿੰਦੇ ਚੜ ਜਾ ਬੱਚਾ ਸੂਲੀ, ਰਾਮ ਭਲੀ ਕਰੇਂਗੇ। ਇਹ ਭਲੀ ਕਿਵੇਂ ਹੋ ਜੂ? ਇਹ ਨਹੀਂ ਭਲੀ ਹੋਣੀ। ਸੋ ਇਸ ਕਰਕੇ ਕਿਸਾਨਾਂ ਨੂੰ ਇਸ ਪਾਸੇ ਨੂੰ, ਇਹਨਾਂ ਦੇ ਜਿਹੜੇ ਨਾਲ ਅਰਥ ਸ਼ਾਸਤਰੀ ਨੇ, ਜਿਹੜਾ ਵੀ ਕਹਿੰਦਾ ਵੀ ਮੈਂ ਆ, ਇਹਨਾਂ ਨੂੰ ਇਹਦੀ ਪੂਰੀ ਡੂੰਘਾਈ ਨਾਲ ਤਹਿ ਤੱਕ ਜਾ ਕੇ ਕਿ ਆਹ ਹੈ। ਹੁਣ ਸਵਾਮੀਨਾਥਨ ਫਾਰਮੂਲੇ ਦੀ ਵੀ ਗੱਲ ਹੈ ਜੀ। ਕਿਸਾਨ ਲੀਡਰਸ਼ਿਪ ਨੂੰ ਅਜੇ ਵੀ ਕਲੀਅਰ ਹੈ, ਆਮ ਬੰਦੇ ਨੂੰ ਤਾਂ ਪਤਾ ਨਹੀਂ ਵੀ ਕੀ ਹੈ ਇਹਦੇ 'ਚ ਅਸਲ ਝੋੜ ਕੀ ਹੈ। ਕਿਉਂਕਿ ਜਦ ਆਰਗੂਮੈਂਟ ਕਰਦੇ ਨੇ, ਜਦ ਆਮ ਲੋਕਾਂ 'ਚ ਉੱਥੇ ਕਰਦੇ ਨੇ, ਉਹ ਲੀਡਰਸ਼ਿਪ ਨੇ ਕਰਨੀ ਹੈ, ਉਹਨਾਂ ਨੂੰ ਤਾਂ ਪਤਾ ਹੈ। ਪਰ ਜਦ ਆਮ ਲੋਕਾਂ 'ਚ ਕੋਈ ਦੂਜਾ ਸਰਕਾਰ ਦਾ ਹੱਕ ਵਾਲਾ ਮੈਨੂੰ ਪੁੱਛਣ ਲੱਗ ਜੇ, ਮੈਨੂੰ ਪਤਾ ਹੀ ਨਾ ਹੋਵੇ। ਸੋ ਇਹ ਜਨ ਤੱਕ, ਜਿਵੇਂ ਬਿੱਲ ਚਲੇ ਗਏ ਸੀ ਵੀ ਬਿੱਲ ਕਿਵੇਂ ਭਾਈ ਇਹ ਕਾਲੇ ਨੇ, ਇਹ ਕਾਨੂੰਨ ਕਾਲੇ ਕਿਵੇਂ ਨੇ, ਉੱਦਾਂ ਹੀ ਇਹ MSP ਦੇ ਉੱਤੇ ਹੁਣ ਸਭ ਤੋਂ ਜ਼ਿਆਦਾ ਜ਼ੋਰ ਲਾਉਣ ਦੀ ਲੋੜ ਹੈ। ਵੱਧ ਅਧਿਕਾਰਾਂ ਦੇ ਉੱਤੇ ਸਭ ਤੋਂ ਜ਼ਿਆਦਾ ਜ਼ੋਰ ਲਾਉਣ ਦੀ ਲੋੜ ਹੈ ਕਿ ਵੱਧ ਅਧਿਕਾਰ ਨਾ ਮਿਲਣ ਕਰਕੇ, ਵੱਧ ਅਧਿਕਾਰ ਵੀ ਨਹੀਂ ਬਲਕਿ ਮੈਂ ਕਹਾਂਗਾ ਸੰਵਿਧਾਨਕ ਅਧਿਕਾਰ ਜਿਹੜੇ ਕੇਂਦਰ ਨੇ ਸਭ ਤੋਂ ਖੋਲੇ, ਉਹਦੇ ਕਰਕੇ ਸਾਨੂੰ ਕਿਸਾਨ ਨੂੰ ਕਿਵੇਂ ਨੁਕਸਾਨ ਹੋ ਰਿਹਾ ਹੈ। ਇੱਕ ਲਾਈਨ 'ਚ ਖਤਮ ਕਰ ਰਿਹਾ ਆਪਦੀ ਗੱਲ ਕਿ ਸਿੱਖਿਆ ਦਾ ਬਜਟ 33% ਸੀ 1970 'ਚ, ਟੋਟਲ ਬਜਟ ਪੰਜਾਬ ਦਾ 1970 'ਚ ਨਾਲ ਬਹੁਤ ਜ਼ਰੂਰੀ ਹੈ। ਹਾਂ 33% ਜੀ, ਅੱਜ ਉਹ 12% ਹੈ। ਸਿਹਤ ਦਾ ਬਜਟ 10.4% ਸੀ, ਅੱਜ ਉਹ
3.25% ਹੈ। ਕਿਸਾਨ ਨੂੰ ਜਿਹੜੀ ਸਿਹਤ ਸੌਖੀ ਮਿਲ ਜਾਂਦੀ ਸੀ, ਸਿੱਖਿਆ ਮੁਫਤ ਮਿਲ ਜਾਂਦੀ ਸੀ, ਉਹ ਵੀ ਮਿਲਣੋਂ ਹਟ ਗਈ। ਇਸ ਕਰਕੇ ਉਹਦੇ ਤਾਂ ਖਰਚੇ ਵੱਧ ਗਏ, ਉਹਦੀ ਆਮਦਨ ਘਟ ਗਈ। ਸੋ ਕਿਸਾਨ ਨੂੰ ਇਸ ਗੱਲ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਨੂੰ MSP ਨੂੰ ਜਸਟੀਫਾਈ ਕਰਨ ਵਾਸਤੇ, MSP ਕੀ ਹੈ, ਤੈਅ ਕਿਵੇਂ ਹੁੰਦੀ ਹੈ, ਲੋੜ ਕਿੰਨੀ ਹੈ, ਖਰਚਾ ਐਕਚੁਅਲ ਕਿੰਨਾ ਹੈ, ਸਰਕਾਰ ਕਿੰਨਾ ਕਹਿੰਦੀ ਹੈ, ਸੋ ਉਹਦੇ ਵਿੱਚ ਜਦ ਅਸੀਂ ਦਲੀਲ ਦੇਣੀ ਹੈ ਨਾ, ਸਾਡੇ ਕੋਲ ਕਾਟ, ਜਿਵੇਂ ਆਪਾਂ ਕਹਿੰਦੇ ਤਾਸ਼ ਦੀ ਬਾਜੀ 'ਚ ਜੇ ਕਿਸੇ ਨੇ ਬਾਦਸ਼ਾਹ ਰੰਗ ਦਾ ਲਾਤਾ ਤੇ ਸਾਡੇ ਕੋਲ ਜੱਕਾ ਹੋਣਾ ਚਾਹੀਦਾ ਕੱਟਣ ਨੂੰ, ਕੱਟਣਾ ਉਹਨੂੰ ਕੱਟਣਾ। ਸੋ ਇਹ ਕੱਟਣ ਦੀ ਤਿਆਰੀ ਇਹਨਾਂ ਨੂੰ ਕਰ ਲੈਣੀ ਚਾਹੀਦੀ ਹੈ, ਮੈਨੂੰ ਲੱਗਦਾ ਕਰ ਲੈਣਗੇ। ਸੋ ਡਾਕਟਰ ਸਾਹਿਬ, ਬਹੁਤ ਕੀਮਤੀ ਵਿਚਾਰ ਵਿਸਥਾਰ ਦੇ ਨਾਲ ਤੁਸੀਂ ਜਾਣਕਾਰੀ ਦਿੱਤੀ ਹੈ, ਤੁਹਾਡਾ ਤਹਿ ਦਿਲੋਂ ਧੰਨਵਾਦ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਦੋਸਤੋ, ਇਹ ਸਨ ਡਾਕਟਰ ਪਿਆਰੇ ਲਾਲ ਗਰਗ, ਜਿਨ੍ਹਾਂ ਨੇ ਦੱਸਿਆ ਹੈ ਕਿ ਇਸ ਕਿਸਾਨੀ ਅੰਦੋਲਨ ਦਾ ਭਵਿੱਖ ਕੀ ਹੋ ਸਕਦਾ ਹੈ, MSP ਦੇ ਉੱਤੇ ਸਾਨੂੰ ਕਿਵੇਂ ਪਹਿਰਾ ਦੇਣਾ ਚਾਹੀਦਾ ਹੈ, ਇਹਨੂੰ ਸਮਝਣ ਦੀ ਕੀ ਜ਼ਰੂਰਤ ਹੈ। ਤੇ ਜਾਂਦੇ ਜਾਂਦੇ ਇੱਕ ਜਿਹੜੀ ਕਮਾਲ ਦੀ ਗੱਲ ਕਰ ਗਏ ਕਿ ਕਿਸੇ ਸਮਾਜ ਦਾ ਨਰੋਆ ਹੋਣ ਦੇ ਲਈ ਸਿੱਖਿਆ ਤੇ ਸਿਹਤ, ਇਹ ਦੋਵਾਂ ਦਾ ਹੋਣਾ ਲਾਜ਼ਮੀ ਹੈ। ਸਾਡੇ ਕੋਲੋਂ ਕਦੇ ਸਿੱਖਿਆ ਖੋਲੀ ਤੇ ਕਦੇ ਸਿਹਤ ਖੋਲੀ, ਤੇ ਹੁਣ ਸੂਬਿਆਂ ਦਾ ਖੇਤੀ ਅਧਿਕਾਰ ਜਿਹਦੇ ਤੇ ਕਾਨੂੰਨ ਉਹ ਬਣਾ ਸਕਦੇ ਸੀ, ਸੱਚਮੁੱਚ ਉਹਦੇ ਤੇ ਡਾਕਾ ਵੱਜ ਗਿਆ ਸੀ। ਚਲੋ ਚੰਗਾ ਹੋਇਆ, ਜਿਵੇਂ ਕਹਿੰਦੇ ਸੀ ਰਾਮ ਭਲੀ ਕਰੂਗਾ, ਕੀਤੀ ਰਾਮ ਨੇ ਭਲੀ ਹੈ। ਸੋ ਵੇਖਦੇ ਹਾਂ ਕਿ ਇਹਦਾ ਭਵਿੱਖ ਕੀ ਹੁੰਦਾ ਹੈ। ਸੋ ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜੇਕਰ ਸੱਚਮੁੱਚ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਕਰਨ ਦੇ ਵਿੱਚ ਢਿੱਲ ਨਾ ਕਰਨੀ। ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।